ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਹਨ। ਸੰਗਤਾਂ ਨੂੰ ਉਤਮ ਉਪਦੇਸ਼ ਆਤਮਿਕ ਗਿਆਨ ਬਖਸ਼ ਕੇ ਨਿਹਾਲ ਕੀਤਾ ਹੈ। ਆਪ ਮਾਈ ਭਾਈ ਧੰਤਾ ਦੇ ਯੋਗ ਹੋ, ਜੋ ਇਸ ਅਮੋਲਕ ਸਮੇਂ ਵਿੱਚ ਦੂਰੋਂ ਨੇੜਿਓਂ ਚੱਲ ਕੇ ਕੰਮਾਂ ਧੰਦਿਆਂ ਨੂੰ ਸੰਕੋਚ ਕੇ ਸਰੀਰ ਦੇ ਆਲਸ ਆਰਾਮ ਨੂੰ ਛੱਡ ਕੇ ਗੁਰੂ ਜੀ ਦੀ ਮਿਹਰ, ਗੁਰੂ ਜੀ ਦੀ ਕਿਰਪਾ ਦੇ ਪਾਤਰ ਬਣ ਰਹੇ ਹੋ। ਸਤਿਗੁਰਾਂ ਨੇ ਮਿਹਰ ਕੀਤੀ ਹੈ। ਅਗਾਧ ਬੋਧ ਕਥ ਕਥਾ ਗੁਰਬਾਣੀ ਦੀ ਵਿਚਾਰ ਸੰਗਤਾਂ ਨੂੰ ਸਰਵਣ ਕਰਨ ਦਾ ਸੁਭਾਗ ਸਮਾਂ ਬਖਸ਼ਿਆ ਹੈ। ਸਤਿਗੁਰ ਗੁਰੂ ਘਰ ਦੇ ਆਨੰਦ ਸੇਵਕ, ਮਹਾਨ ਕੀਰਤਨੀਏ, ਜਸ ਕਰਨ ਵਾਲੇ ਰਾਏ ਬਲਵੰਡ ਜੀ, ਰਾਏ ਸੱਤਾ ਜੀ, ਜੋ ਗੁਰਮਤਿ ਤੋਂ ਜਾਣੂ, ਗੁਰਬਾਣੀ ਤੋਂ ਜਾਣੂ ਹਨ, ਉਹਨਾਂ ਦੇ ਮੁਖ ਤੋਂ ਰਾਮ ਕਲੀ ਰਾਗਣੀ ਵਿੱਚ ਜੋ ਮਹਾਨ ਪਵਿੱਤਰ ਬਾਣੀ ਜੋ ਵਾਰ ਆਖੀ ਗਈ, ਉਸ ਵਾਰ ਦੀ ਵਿਚਾਰ ਗੁਰੂ ਤੇ ਗੁਰੂ ਦੀਆਂ ਸੰਗਤਾਂ ਦੀ ਕਿਰਪਾ ਨਾਲ ਚੱਲ ਰਹੀ ਹੈ। ਸਵੇਰੇ ਆਪ ਜੀ ਨੇ ਸਰਵਣ ਕੀਤਾ ਸੀ। ਇਸ ਪੌੜੀ ਵਿੱਚ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ, ਕਨ ਹਰ ਬੂੰਦ ਬਸੋ ਰੋ ਮਹਾਬਲ ਕੁਸਮ ਬਸੰਤ ਗਣੰਤ ਨ ਆਵੇ, ਰਬ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ। ਜੋ ਸਤਿਗੁਰ ਗੁਰੂ ਅਮਰਦਾਸ ਮਹਾਰਾਜ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਜਿਨ੍ਹਾਂ ਦੀ ਉਪਮਾ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰ ਰਹੇ ਹਨ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਉਹਨਾਂ ਦੇ ਅਮਰ ਜੀਵਨ ਵਿੱਚੋਂ, ਅਮਰ ਪਰਉਪਕਾਰਾਂ ਦੇ ਵਿੱਚੋਂ ਉਹਨਾਂ ਦੀ ਕਰਨੀ ਦਾ ਨਕਸ਼ਾ ਗੋਇੰਦਵਾਲ ਸਾਹਿਬ ਵਿਖੇ ਦੋਵੇਂ ਰਬਾਬੀ ਗੁਰੂ ਘਰ ਦੇ ਕੀਰਤਨੀਏ ਸਾਡੇ ਸਾਹਮਣੇ ਲਿਆ ਰਹੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਗੁਰਗੱਦੀ ਤੇ ਬਿਰਾਜਮਾਨ ਹਨ। ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਵਿੱਤਰ ਧਰਤੀ, ਜਿਸ ਧਰਤੀ ਨੂੰ ਮਾਣ ਹੈ ਕਿ ਇੱਕੋ ਇੱਕ ਧਰਤੀ ਹੈ ਜਿਸ ਨੂੰ 8 ਗੁਰੂ ਸਾਹਿਬਾਂ ਦੇ ਚਰਨ ਛੂਹ ਪ੍ਰਾਪਤ ਹੋਏ ਨੇ। ਸਿੱਖੀ ਦਾ ਧੁਰਾ ਜਿਹਨੂੰ ਗੁਰੂ ਦੇ ਇਤਿਹਾਸ, ਸਿੱਖਾਂ ਦੇ ਇਤਿਹਾਸ ਵਿੱਚ ਕਿਹਾ ਗਿਆ। ਸਿੱਖੀ ਦੇ ਪ੍ਰਚਾਰ ਵਾਸਤੇ, ਗੁਰਮਤਿ ਦੇ ਪ੍ਰਚਾਰ ਨੂੰ ਮੁੱਖ ਰੱਖਦੇ ਹੋਏ ਇਹ ਮਹਾਨ ਤੀਰਥ ਗੋਂਦੇ ਮਰਵਾਹੇ ਦੇ ਖੱਤਰੀ ਦੀ ਬੇਨਤੀ ਮੰਨ ਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਬਚਨ ਮੰਨ ਕੇ ਵਸਾਉਣਾ ਕੀਤਾ। ਜਿੱਥੋਂ ਦਾ ਇਹ ਚਰਚਾ ਨਕਸ਼ਾ ਸਾਡੇ ਸਾਹਮਣੇ ਗੁਰੂ ਘਰ ਦੇ ਕੀਰਤਨੀਏ ਧੰਨ ਗੁਰੂ ਅਮਰਦਾਸ ਮਹਾਰਾਜ ਤਖਤ ਤੇ ਬਿਰਾਜਮਾਨ ਹਨ, ਜਿਨ੍ਹਾਂ ਨੇ ਬਿਰਾਜਮਾਨ ਹੋ ਕੇ ਸਮੁੰਦਰ ਬਰੋਲਿਆ। ਸਮੁੰਦਰ ਕੀ? ਗੁਰੂ ਦਾ ਸ਼ਬਦ ਸਮੁੰਦਰ ਹੈ। ਜਿੰਨਾ ਵੀ ਢੂੰਢੀ ਜਾਓ ਗਾਹਾਂ ਤੇ ਗਾਹਾਂ, ਕੋਈ ਥਾਂ ਨਹੀਂ ਆਉਣਾ। ਅਗੰਮ ਹੈ, ਗੋਚਰ ਹੈ, ਅਥਾਹ ਹੈ ਗੁਰੂ ਦਾ ਸ਼ਬਦ। ਉਹਨੂੰ ਬਰੋਲਿਆ, ਬਰੋਲਣਾ ਹੁੰਦਾ ਵਿਚਾਰ ਕਰਨੀ, ਟੋਲਣਾ ਕਿਸੇ ਚੀਜ਼ ਵਿੱਚੋਂ ਲੱਭਣਾ, ਜਿਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਤੁਹਾਨੂੰ ਹੁਕਮ ਕੀਤਾ ਹੈ। ਗੁਰੂ ਗ੍ਰੰਥ ਨੂੰ ਗੁਰੂ ਮੰਨੋ, ਪੜ੍ਹੋ ਵੀ, ਆਦਰ ਸਤਿਕਾਰ ਵੀ ਕਰੋ, ਸਭ ਕੁਝ ਕਰੋ, ਪਰ ਜੋ ਪ੍ਰਭ ਕੋ ਮਿਲਿਓ ਚਾਹੇ ਖੋਜ ਸ਼ਬਦ ਮੋਲੇ। ਜਿਹਨੇ ਕੁਝ ਪ੍ਰਾਪਤੀ ਕਰਨੀ ਹੈ ਉਹਨੂੰ ਸ਼ਬਦ ਵਿੱਚੋਂ ਖੋਜਣਾ ਪਵੇਗਾ, ਲੱਭਣਾ ਪਵੇਗਾ। ਜੋ ਖੋਜੇ ਸੋ ਪਾਵੇ। ਮਹਾਰਾਜ ਦੀ ਬਾਣੀ ਦੇ ਕਈ ਜਗ੍ਹਾ ਇਹੋ ਜਿਹੇ ਬਚਨ ਸਾਨੂੰ ਪ੍ਰਾਪਤ ਹੋਏ ਨੇ। ਉਹ ਸਮੁੰਦਰ ਕੀ? ਗੁਰੂ ਦਾ ਸ਼ਬਦ ਵਰੋਲਿਆ, ਢੋਲਿਆ, ਢੂੰਡਿਆ ਮਹਾਰਾਜ ਨੇ ਡੁੰਘਾਈ ਤੱਕ। ਜਿਵੇਂ ਇੱਥੇ ਧਰਤੀ ਵਿੱਚੋਂ ਕਿਸੇ ਚੀਜ਼ ਨੂੰ ਟੋਲਣ ਖਾਤਰ ਮਸ਼ੀਨਰੀ ਦੀ ਲੋੜ ਪੈਂਦੀ ਹੈ, ਔਜ਼ਾਰਾਂ ਦੀ ਲੋੜ ਪੈਂਦੀ ਹੈ, ਤਾਂ ਹੀ ਧਰਤੀ ਵਿੱਚ ਖੋਦੀ ਜਾਵੇਗੀ ਕੋਈ ਚੀਜ਼। ਮਹਾਰਾਜ ਨੇ ਸਮੁੰਦਰ ਸ਼ਬਦ ਨੂੰ ਟੋਲਣ ਵਾਸਤੇ ਸਮੇਰ ਪਰਬਤ ਰੂਪੀ ਉੱਚੀ ਸੁਰਤ ਨੂੰ ਮਧਾਣੀ ਬਣਾਇਆ। ਮਨ ਜੋ 24 ਘੰਟੇ ਟੇਢਾ ਵਿੰਗਾ ਤੁਰਦਾ ਹੈ, ਨੱਠ ਭੱਜ ਕਰਦਾ ਹੈ, ਇਹਨੂੰ ਮਹਾਰਾਜ ਨੇ ਨੇਤਰਾ ਬਣਾ ਲਿਆ। ਇਹੋ ਜਿਹੇ ਸਾਧਨ ਵਰਤ ਕੇ ਜਦੋਂ ਰਿੜਕਿਆ, ਮਥਨਿਆ, ਵਿਚਾਰ ਕੀਤਾ ਸ਼ਬਦ ਦਾ, ਤਾਂ 14 ਰਤਨ ਨਿਕਾਲੇ ਉਨਕੀ 14 ਰਤਨਾਂ ਦੀ ਪ੍ਰਾਪਤੀ। ਹੁਣ ਜਿਹੜੀਆਂ ਅਗਲੀਆਂ ਤੁਕਾਂ ਨੇ
ਇਹ ਥੋੜੀ ਜਿਹੀਆਂ ਗੰਭੀਰ ਨੇ ਗੁਰਮੁਖ ਪਿਆਰਿਓ। ਉਹ 14 ਰਤਨ ਕਿੱਥੋਂ ਕੱਢੇ ਸਾਡੇ ਸਤਿਗੁਰਾਂ ਨੇ? ਦੇਵੀ ਦੇਵਤੇ ਰਾਖਸ਼ਾਂ ਨੇ ਤਾਂ ਸਮੁੰਦਰ ਵਿੱਚੋਂ ਕੱਢੇ ਸੀ, ਪਰ ਹੁਣ ਸਾਨੂੰ ਰਾਏ ਬਲਵੰਡ ਤੇ ਸੱਤਾ ਜੀ ਬੜੀ ਗੰਭੀਰਤਾ ਡੂੰਘਾਈ ਵਿੱਚ ਲਿਜਾ ਰਹੇ ਨੇ ਕਿ ਉਹ 14 ਰਤਨ ਸਾਡੇ ਸਤਿਗੁਰਾਂ ਨੇ। 14 ਰਤਨ ਕੀ ਹਨ? ਉਹ ਕਿੱਥੋਂ ਲੱਭੇ ਮਹਾਰਾਜ ਨੇ? ਉਹਨਾਂ ਨੇ ਲੱਭਣ ਤੋਂ ਬਾਅਦ ਸੰਸਾਰ ਨੂੰ ਦੇਣ ਕੀ ਦਿੱਤੀ? ਇਹ ਗੁਰੂ ਦੇ ਜਿਹੜੇ ਬਚਨ ਹਨ, ਥੋੜੇ ਜਿਹੇ ਬਹੁਤ ਧਿਆਨ ਦੇਣ ਵਾਲੇ ਹਨ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰਨ, ਅਗਾਧ ਬੋਧ ਬਾਣੀ ਨੂੰ ਆਪਾਂ ਵਿਚਾਰ ਸਕੀਏ, ਸ਼ੁੱਧ ਬਿਰਤੀ ਦੇ ਨਾਲ ਸੁਣ ਸਕੀਏ, ਸੁਣ ਕੇ ਮਨ ਵਿੱਚ ਵਸਾ ਸਕੀਏ, ਤਾਂ ਕਿ ਸੁਣਨ ਪੜ੍ਹਨ ਦਾ ਫਲ ਪ੍ਰਾਪਤ ਹੋ ਸਕੇ। ਆਓ ਉਹ ਅਗਲੀਆਂ ਤੁਕਾਂ ਜਿੱਥੋਂ ਅੱਜ ਰਾਤ ਦੀ ਕਥਾ ਆਰੰਭ ਹੋ ਰਹੀ ਹੈ, ਸਤਿਗੁਰ ਗੁਰੂ ਅਮਰਦਾਸ ਜੀ ਦੀ ਮਹਿਮਾ, ਰਾਏ ਬਲਵੰਡ ਸੱਤਾ ਜੀ ਦੀ ਜ਼ੁਬਾਨੀ ਜੋ ਗੋਇੰਦਵਾਲ ਸਾਹਿਬ ਵਿੱਚ ਬਖਸ਼ ਰਹੇ ਹਨ, ਪਿਆਰ ਨਾਲ ਸਰਵਣ ਕਰੀਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਜੀ। ਜਨ ਸਮੁੰਦ ਵਿਰੂਲਿਆ ਕਰ ਮੇਰ ਮਧਾਣ। ਸ਼ਬਦ ਰੂਪੀ ਸਮੁੰਦਰ ਨੂੰ ਖੋਜਿਆ, ਵਿਰੋਲਿਆ। ਸ਼ਬਦ ਨੂੰ ਖੋਜਣ ਵਾਸਤੇ ਲੋਹੇ ਦੇ, ਲੱਕੜੀ ਦੇ, ਪੱਥਰ ਦੇ ਔਜ਼ਾਰਾਂ ਦੀ ਲੋੜ ਨਹੀਂ ਹੈ। ਬਹੁਤ ਲੰਮਾ ਪ੍ਰਕਰਣ ਤੁਹਾਡੇ ਚਰਨਾਂ ਵਿੱਚ ਬੇਨਤੀਆਂ ਕਰਦੇ ਆਏ ਨੇ ਕਿ ਸ਼ਬਦ ਤੱਕ ਜੇ ਪੁੱਜਣਾ, ਸੁਰਤ ਨੇ ਪੁੱਜਣਾ, ਹੋਰ ਕੋਈ ਚੀਜ਼ ਉੱਥੇ ਨਹੀਂ ਪੁੱਜਣੀ। ਸੁਰਤ ਕਹਿ ਲੋ, ਧਿਆਨ ਕਹਿ ਲੋ। ਇਸੇ ਕਰਕੇ ਗੁਰੂ ਅਮਰਦਾਸ ਜੀ ਨੇ ਸੁਰਤ ਨੂੰ ਹੀ ਮਧਾਣੀ ਬਣਾਇਆ। ਸਮੇਰ ਪਰਬਤ ਉੱਚਾ ਹੈ, ਸੁਰਤ ਵੀ ਉੱਚੀ ਹੈ, ਕਰ ਮੇਰ ਮਧਾਣ। 14 ਰਤਨ ਨਿਕਾਲਿਆਨ ਕੀ ਤੋਨ ਚਾਨਣ। ਮੈਂ ਪਿਛਲੇ ਬਚਨਾਂ ਵਿੱਚ ਬੇਨਤੀ ਕੀਤੀ ਸੀ, ਜੋ ਰਾਖਸ਼ਾਂ ਤੇ ਦੇਵਤਿਆਂ ਨੇ ਰਤਨ ਕੱਢੇ, ਉਹਨਾਂ ਨੇ ਸੰਸਾਰ ਵਿੱਚ ਝਗੜਾ ਪੈਦਾ ਕੀਤਾ, ਲੜਾਈ ਪੈਦਾ ਕੀਤੀ, ਕਲ ਕਲੇਸ਼ ਪੈਦਾ ਕੀਤਾ। ਪਰ ਸਤਿਗੁਰਾਂ ਨੇ ਜਿਹੜੇ ਰਤਨ ਕੱਢੇ ਭਾਈ, ਉਹਨਾਂ ਨੇ ਜੱਗ ਨੂੰ ਰੋਸ਼ਨ ਕਰ ਦਿੱਤਾ। ਕੀ ਤੋਨ ਚਾਨਣ, ਜੱਗ ਵਿੱਚ ਰੋਸ਼ਨੀ ਬਖਸ਼ੀ, ਗਿਆਨ ਬਖਸ਼ਿਆ, ਚਾਨਣਾ ਬਖਸ਼ਿਆ। ਲੜਾਈ ਝਗੜਾ ਉੱਥੇ ਹੀ ਹੁੰਦਾ ਹੈ ਜਿੱਥੇ ਅਗਿਆਨਤਾ ਹੁੰਦੀ ਹੈ। ਜਦੋਂ ਗਿਆਨ ਆ ਜਾਵੇ ਇਹ ਮਿਟ ਜਾਂਦਾ ਹੈ। ਇਸੇ ਕਰਕੇ ਗੁਰਦੇਵ ਦਾ ਬਚਨ ਹੈ, ਇਹ ਸਾਰੀ ਸ੍ਰਿਸ਼ਟੀ ਦੇ ਜੀਵ ਅਗਿਆਨਤਾ ਦੀ ਨੀਂਦ ਵਿੱਚ ਸੁੱਤੇ ਪਏ ਹਨ। ਜਿਨ੍ਹਾਂ ਉੱਤੇ ਗੁਰੂ ਮਹਾਰਾਜ ਕਿਰਪਾ ਕਰਦੇ, ਉਹਨਾਂ ਨੂੰ ਗਿਆਨ ਦੇ ਜਾਗਰਣ ਦੇ ਕੇ, ਹਲੂਣਾ ਦੇ ਕੇ, ਅਗਿਆਨੈ ਲਾਏ ਸਵਾਲਿਆ, ਗੁਰ ਗਿਆਨੈ ਲਾਏ ਜਗਾਵੇ ਗੋ। ਜਿਨ੍ਹਾਂ ਉੱਤੇ ਕਿਰਪਾ ਹੋ ਜਾਂਦੀ ਹੈ, ਉਹਨਾਂ ਨੂੰ ਗੁਰੂ ਜੀ ਗਿਆਨ ਬਖਸ਼ ਕੇ ਚਰਣਾ ਦੇ ਦੇਣੇ ਹਨ। ਉਸ ਚਾਨਣੇ ਨੂੰ ਇਹ ਗੁਰੂ ਅਰਜਨ ਪਾਤਸ਼ਾਹ ਬਚਨ ਕਰਦੇ ਨੇ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ਼। ਅੰਜਨ ਨਾਮ ਸੁਰਮੇ ਦਾ। ਜਿਵੇਂ ਪੁਰਾਣੇ ਸੁਰਮੇ ਹੁੰਦੇ ਸੀ, ਉਹ ਅੱਖ ਦਾ ਜਾਲਾ ਕੱਟ ਦਿੰਦੇ ਸੀ, ਬਿਮਾਰੀਆਂ ਮੋਤੀਆ ਵੀ ਕੱਟ ਦਿੰਦੇ ਹੁੰਦੇ ਸੀ, ਦੇਖਣ ਲੱਗ ਜਾਂਦਾ ਸੀ। ਇਸ ਤਰ੍ਹਾਂ ਜਿਹੜਾ ਗੁਰੂ ਦਾ ਗਿਆਨ ਹੈ ਭਾਈ, ਇਹ ਵਿਸ਼ੇ ਵਿਕਾਰ ਤ੍ਰਿਸ਼ਨਾ ਆਦਿਕ ਦੇ ਜਾਲੇ ਪਏ ਹੋਣੇ, ਲੱਭ ਲੋਭ ਹੰਕਾਰ ਦੇ ਅੱਖਾਂ ਮੂਹਰੇ। ਦੁਆਇਸ਼ ਭਾਵ ਦਾ ਬਹੁਤ ਵੱਡਾ ਜਾਲ ਹੈ। ਆਪਣੇ ਆਪ ਨੂੰ ਬੰਦਾ ਕੁਝ ਹੋਰ ਸਮਝਦਾ, ਦੂਜੇ ਨੂੰ ਹੋਰ ਸਮਝਦਾ। ਇਹ ਦਵੰਦ ਵਿੱਚ ਫਸਿਆ ਹੋਇਆ ਜੀਵ ਹੈ। ਗੁਰੂ ਮਹਾਰਾਜ ਜਦੋਂ ਗਿਆਨ ਦਾ ਸੁਰਮਾ ਪਾ ਦਿੰਦੇ ਹਨ, ਇਹ ਅਗਿਆਨ ਦਾ ਜਾਲਾ ਕੱਟਿਆ ਜਾਂਦਾ ਹੈ। ਸਤਿਗੁਰਾਂ ਨੇ ਜਿਹੜੇ ਰਤਨ ਕੱਢੇ ਭਾਈ, ਉਹਨਾਂ ਨੇ ਅਸ਼ਾਂਤੀ ਨਹੀਂ ਵਰਤਾਈ, ਝਗੜਾ ਨਹੀਂ ਵਰਤਾਇਆ, ਲੋਭ ਲਹਿਰ ਵਿੱਚ ਨਹੀਂ ਪਾਇਆ। ਜਿਵੇਂ ਇੰਦਰ ਨੂੰ ਪਾ ਦਿੱਤਾ, ਰਾਖਸ਼ਾਂ ਨੂੰ ਪਾ ਦਿੱਤਾ, ਇਹ ਚੀਜ਼ ਸਾਨੂੰ ਮਿਲਣੀ ਚਾਹੀਦੀ ਹੈ। ਸਤਿਗੁਰਾਂ ਨੇ ਜਿਹੜੇ ਰਤਨ ਕੱਢੇ, ਉਹਨਾਂ ਨੇ ਸੰਸਾਰ ਦੇ ਅੰਧੇਰੇ ਵਿੱਚ ਚਾਨਣਾ ਕਰ ਦਿੱਤਾ, ਗਿਆਨ ਹੀ ਗਿਆਨ ਪ੍ਰਕਾਸ਼ ਕਰ ਦਿੱਤਾ। ਹੁਣ ਗੰਭੀਰ ਵਚਨ ਕਹਿ ਰਹੇ ਨੇ, ਉਹ ਰਤਨ ਕਿੱਥੋਂ ਕੱਢੇ? ਉਹ 14 ਰਤਨ ਹੈ ਕੀ? ਗੁਰੂ ਕਿਰਪਾ ਕਰੇ ਉਹਨਾਂ ਦੀ ਗਿਣਤੀ ਸਮਝੀਏ। ਉਹ ਜਿਵੇਂ ਮਹਾਰਾਜ ਨੇ ਕੱਢੇ, ਉਹ ਵੀ ਆਪਾਂ ਇਸ ਬਾਣੀ ਦੇ ਵਿੱਚੋਂ ਗੁਰੂ ਦਾ ਪ੍ਰਕਾਸ਼ ਗਿਆਨ ਲੈਣ ਦੀ ਕੋਸ਼ਿਸ਼ ਕਰੀਏ। ਘੋੜਾ ਕੀਤੋ ਸਹਿਜ ਦਾ ਜਾਤ ਕੀਉ ਭਲਾਣ। ਇੱਥੇ ਜੋ ਵੀ ਤੁਸੀਂ ਔਖਾ ਕੰਮ ਕਰੋਗੇ, ਉਨਾ ਹੀ ਸਰੀਰ ਨੂੰ ਹਿਲ ਜੁਲ ਵਿੱਚ ਪਾਉਣਾ ਪੈਣਾ ਹੈ, ਨੱਠ ਭੱਜ ਕਰਨੀ ਪੈਣੀ ਹੈ। ਜਿੰਨਾ ਵੀ ਲੰਮਾ ਚੌੜਾ ਕੰਮ ਵੱਡਾ ਹੋਵੇ, ਉਨੀ ਨੱਠ ਭੱਜ ਜ਼ਿਆਦੇ ਹੋ ਜਾਂਦੀ ਹੈ। ਗੁਰਸਿੱਖ ਪਿਆਰਿਓ, ਤੁਸੀਂ ਕਹੋ ਕੁਰਸੀ ਤੇ ਬੈਠ ਕੇ ਵੀ ਕਰੀ ਜਾਂਦੇ ਆ, ਨਹੀਂ ਨਹੀਂ, ਇਹ ਤਾਂ ਹੱਡ ਚੰਮ ਬੈਠੇ ਨੇ ਦਫ਼ਤਰ ਵਿੱਚ,
ਮਨ ਤੇ ਬੁੱਧੀ ਤਾਂ ਬਹੁਤ ਤੇਜ਼ ਰਫ਼ਤਾਰ ਨਾਲ ਦੌੜੀ ਫਿਰਦੀ ਹੈ ਕੰਮਾਂ ਵਿੱਚ ਧੰਦਿਆਂ ਵਿੱਚ। ਇਹ ਗਲਤ ਨਾ ਹੋ ਜਾਵੇ, ਕੀ ਕਰਨਾ ਕਿਵੇਂ ਕਰਨਾ। ਬੈਠਾ ਸਰੀਰ ਹੈ ਪਰ ਦੌੜ ਲਾ ਰਿਹਾ ਮਨ ਰੂਪੀ ਘੋੜਾ। ਇਹ 24 ਘੰਟੇ ਨੱਠਿਆ ਭੱਜਿਆ ਫਿਰਦਾ। ਇਹਦੀ ਨੱਠ ਭੱਜ ਤਾਂ ਇੰਨੀ ਹੈ ਪ੍ਰੇਮੀਓ, ਸਰੀਰ ਸੌਂ ਵੀ ਜਾਂਦਾ ਹੈ, ਇਹ ਫੇਰ ਵੀ ਸੁਪਨੇ ਹੀ ਲੈਂਦਾ ਰਹਿੰਦਾ ਹੈ ਕਿ ਆਖੋ ਸਤਿਨਾਮ। ਸਰੀਰ ਤਾਂ ਬਰੰਗਮ ਵਿੱਚ ਸੌ ਜੂਗਾ ਪਰ ਇਹ ਜਲੰਧਰ ਫਿਰੂਗਾ ਫੇਰ ਵੀ। ਉਹ ਗੁਰਸਿੱਖ ਪਿਆਰਿਓ ਦੀ ਨੱਠ ਭੱਜ ਬਹੁਤ ਦੌੜ ਲੰਮੀ ਹੈ, ਤੇਜ਼ ਹੈ। ਇਹਦੀ ਰਫ਼ਤਾਰ ਨੂੰ ਮਹਾਰਾਜ ਨੇ ਇੱਥੇ ਤੱਕ ਲਿਖ ਦਿੱਤਾ ਹੈ, ਕਬਹੂ ਜੀੜਾ ਊਬ ਚੜ੍ਹਤ ਹੈ ਕਬਹੂ ਜਾਏ ਪਿਆਲੇ। ਮਿਣੋ ਜਰਾ ਸਪੀਡ ਇਹਦੀ, 1 ਮਿੰਟ ਵਿੱਚ ਆਕਾਸ਼, 1 ਮਿੰਟ ਵਿੱਚ ਪਤਾਲ। ਇੰਨੀ ਸਪੀਡ ਕਿਸ ਚੀਜ਼ ਦੀ ਸਪੀਡ ਹੈ ਸਾਇੰਸ ਮਿਣੇ ਨਹੀਂ ਸਕਦੀ। ਲੋਭੀ ਜੀੜਾ ਥਿਰ ਨਾ ਰਹਿਤਾ ਚਾਰੇ ਕੁੰਡਾਂ ਭਾਲੇ। 1 ਸਕਿੰਟ ਵਿੱਚ ਚਾਰੇ ਕੁੰਡਾਂ ਵਿੱਚ ਘੁੰਮੇ ਆਉਂਦਾ। ਇੰਨੀ ਸਪੀਡ ਕਿਸੇ ਚੀਜ਼ ਦੀ ਹੈ ਹੀ ਨਹੀਂ। ਸਭ ਤੋਂ ਵੱਧ ਸਪੀਡ ਪ੍ਰਕਾਸ਼ ਦੀ, ਲਾਈਟ ਦੀ, ਆਵਾਜ਼ ਦੀ 1,86,000 ਮੀਲ ਪਰ ਸੈਕਿੰਡ ਸਾਇੰਸ ਵਾਲਿਆਂ ਨੇ ਮਿਣੀ ਹੈ। ਇਹ ਤਾਂ ਦੇਖ ਲਓ, ਇੱਕ ਖਿੰਨ ਵਿੱਚ ਆਕਾਸ਼, ਖਿੰਨ ਵਿੱਚ ਪਤਾਲ। ਸੂਰਜ ਦੀ ਰੋਸ਼ਨੀ ਨੂੰ ਧਰਤੀ ਤੇ ਆਉਣ ਖਾਤਰ 7.5 ਮਿੰਟ ਲੱਗਦੇ ਨੇ। 7.5 ਮਿੰਟ ਵਿੱਚ ਸਾਡੇ ਤੱਕ ਰੋਸ਼ਨੀ ਪੁੱਜਦੀ ਹੈ। ਇਹ ਤਾਂ ਸੈਕਿੰਡ ਵੀ ਨਹੀਂ ਲੱਗਦਾ ਜਦ ਕਈ ਸੂਰਜਾਂ ਨੂੰ ਟੱਪ ਜਾਂਦਾ ਹੈ। ਅੱਜ ਕੇ ਆਖੋ ਸਤਿਨਾਮ। ਕਈ ਜਗ੍ਹਾ ਉਹ ਪਿਆਲ ਆਕਾਸ਼ ਵਿੱਚ ਘੁੰਮਦਾ ਰਹਿੰਦਾ। ਉਹ ਜਿਹੜਾ ਨੱਠ ਭੱਜ ਕਰਨ ਵਾਲਾ ਘੋੜਾ ਮਨ ਹੈ। ਹੁਣ ਰਤਨ ਕਿਵੇਂ ਕੱਢਣੇ ਹੈ? ਸਮੁੰਦਰ ਚੋਂ ਨਹੀਂ ਸਾਡੇ ਸਤਿਗੁਰਾਂ ਨੇ ਕੱਢਣੇ ਕਿਹਾ, ਖਾਣਾ ਚੋਂ ਨਹੀਂ ਕੱਢਣੇ ਕਿਹਾ। ਨਹੀਂ ਨਹੀਂ, ਮਹਾਰਾਜ ਨੇ ਤਾਂ ਇੱਥੇ ਤੱਕ ਬਚਨ ਲਿਖੇ, ਸਭ ਕੁਛ ਘਰ ਮੈਂ ਬਾਹਰ ਨਹੀਂ। ਸਭ ਕੁਝ ਤੇਰੇ ਸਰੀਰ ਵਿੱਚ ਹੈ, ਇੱਥੇ ਹੀ ਪਿਆ ਸਭ ਕੁਝ। ਕਿੰਨਾ ਕੁਝ ਪਿਆ ਸਰੀਰ ਵਿੱਚ? 6 ਫੁੱਟ 5 ਫੁੱਟ 10 ਫੁੱਟ 9 ਫੁੱਟ ਲੰਮਾ ਨੇ, ਇਹਨੂੰ ਗਿਣਿਆ ਕਰੋ। 40 ਕਿਲੋ 50 70 70 1.5 ਕੁਇੰਟਲ ਦਾ ਨੇ, ਗਿਣਿਆ ਕਰੋ। ਮਹਾਰਾਜ ਕਹਿੰਦੇ 9 ਖੰਡ ਪ੍ਰਿਥਵੀ ਇਸ ਤਨ ਮੈਂ ਸਾਜੇ। ਦੇਖੋ ਕਿੱਡਾ ਵੱਡਾ ਬਚਨ। ਜੋ 9 ਖੰਡ ਸਾਰੀ ਧਰਤੀ ਹੈ ਨਾ, ਉਹਦੇ ਬਰਾਬਰ ਦਾ ਹੀ ਤੇਰਾ ਸਰੀਰ ਹੈ। ਅੱਜ ਕੇ ਆਖੋ ਸਤਿਨਾਮ। 9 ਖੰਡ ਪ੍ਰਿਥਵੀ ਇਸ ਤਨ ਮੈਂ ਸਾਜੇ। ਫੇਰ ਕਹਿ ਦਿੱਤਾ ਗਿਆਨ ਦੇਣ ਵਾਸਤੇ, ਜੋ ਬ੍ਰਹਮੰਡ ਹੈ ਸੋਈ ਖੰਡ ਹੈ। ਜੋ ਸਾਰੇ ਬ੍ਰਹਮੰਡਾਂ ਵਿੱਚ ਹੈ ਉਹੀ ਤੇਰੇ ਸਰੀਰ ਵਿੱਚ ਹੈ। ਫਿਰ ਸਿੱਖਾਂ ਨੇ ਪੁੱਛਿਆ, ਮਹਾਰਾਜ ਇੰਨਾ ਕੁਝ ਪਿਆ ਇਹਦੇ ਵਿੱਚ, ਪ੍ਰਾਪਤ ਕਿਵੇਂ ਕਰਾਂਗੇ? ਮਹਾਰਾਜ ਕਹਿੰਦੇ, ਜੋ ਖੋਜੇ ਸੋ ਪਾਵੇ। ਧਰਤੀ ਵਿੱਚ ਸਭ ਕੁਝ ਪਿਆ ਪਰ ਖੋਜਣ ਤੋਂ ਹੀ ਤੇਲ ਲੱਭਦਾ, ਖੋਜਣ ਤੋਂ ਹੀ ਕੋਲੇ ਲੱਭਦੇ ਨੇ, ਖੋਜਣ ਤੋਂ ਹੀ ਧਰਤੀ ਵਿੱਚੋਂ ਸਿਉਣਾ ਲੱਭ ਪੈਂਦਾ। ਖੋਜਣਾ ਤਾਂ ਪੈਂਦਾ, ਜੋ ਖੋਜੇ ਸੋ ਪਾਵੇ। ਦੇਖੋ ਸੰਸਾਰ ਦੀ ਖੋਜ ਮੈਂ ਫੇਰ ਰਿਵਾਈਜ਼ ਕਰਨ ਖਾਤਰ ਨੱਠ ਭੱਜ ਕਰਨੀ ਪੈਣੀ ਹੈ। ਦੌੜ ਭੱਜ ਹੋਵੇਗੀ, ਧਰਤੀ ਨੂੰ ਪਰਖ ਕਰਨਾ ਪਵੇਗਾ। ਪਰ ਪਹਿਲੇ ਦਿਨ ਇੱਕ ਦਿਨ ਮੈਂ ਬੇਨਤੀ ਕੀਤੀ ਸੀ, ਸੰਸਾਰ ਨੂੰ ਮਿਲਣਾ ਤੁਰਨਾ ਆਰੰਭ ਕਰੋ, ਚੱਲਣਾ ਆਰੰਭ ਕਰੋ। ਨਿਰੰਕਾਰ ਨੂੰ ਮਿਲਣਾ ਤੇ ਬੈਠਣਾ ਆਰੰਭ ਕਰੋ। ਅੱਜ ਕੇ ਆਖੋ ਸਤਿਨਾਮ। ਨੱਠ ਭੱਜ ਕਰਨ ਤੋਂ ਜਗ ਤੇ ਉੱਪੜ ਜਾਵੇਂਗਾ। ਇੰਡੀਆ ਜਾਣਾ ਤੁਰਨਾ ਹੀ ਪਊਗਾ, ਲੰਡਨ ਜਾਣਾ ਤੁਰਨਾ ਪਵੇਗਾ, ਗੁਰਦੁਆਰੇ ਆਏ ਹੋ ਚੱਲਣਾ ਪਿਆ, ਘਰ ਨੂੰ ਜਾਓਗੇ ਚੱਲਣਾ ਪਵੇਗਾ। ਕਿਉਂ ਚੱਲ ਕੇ ਸੰਸਾਰ ਮਿਲਦਾ ਹੈ? ਕਿਉਂਕਿ ਸਾਰਾ ਸੰਸਾਰ ਚਲਾਏਵਾਨ ਹੈ, ਚੱਲ ਰਿਹਾ। ਦਿਨ ਰਾਤ ਚੱਲ ਰਹੇ ਨੇ, ਪੌਣ ਪਾਣੀ ਚੱਲ ਰਹੀ ਹੈ, ਸਭ ਕੁਝ ਚੱਲ ਰਿਹਾ, ਧਰਤੀ ਚੱਲ ਰਹੀ ਹੈ। ਤੇ ਚੱਲਦੇ ਨੂੰ ਮਿਲਣਾ ਤੇ ਚੱਲਣਾ ਪਵੇਗਾ। ਜੇ ਟਿਕੇ ਹੋਏ ਨੂੰ ਮਿਲਣਾ, ਬੈਠੇ ਨੂੰ ਮਿਲਣਾ, ਉਦੋਂ ਤਾਂ ਬੈਠਣਾ ਹੀ ਪਵੇਗਾ। ਉਸ ਬੈਠਣ ਨੂੰ ਇਹ ਅਖੀਰ ਵਿੱਚ ਕਿਹਾ ਸਮਾਧੀ ਸਮਾਧਾਨ। ਸਮਾਧੀ ਸ਼ਬਦ ਬਣਿਆ ਸਮਾਧਾਨ, ਜਿਹਨੂੰ ਅੰਗਰੇਜ਼ੀ ਵਾਲੇ ਕਹਿੰਦੇ ਕਿਸੇ ਪ੍ਰੋਬਲਮ ਨੂੰ ਸੋਲਵ ਕਰ ਲੈਣਾ। ਸੋਲਵ ਸਮਾਧਾਨ। ਜਦੋਂ ਸਾਰੇ ਸਰੀਰ ਦੀਆਂ ਪ੍ਰੋਬਲਮਾਂ ਸੋਲਵ ਹੋ ਜਾਣਗੀਆਂ ਫਿਰ ਇਹ ਟਿਕ ਜਾਵੇਗਾ। ਜਦੋਂ ਟਿਕ ਗਿਆ, ਸਮਾਧਾਨ ਹੋ ਗਈਆਂ ਲੋੜਾਂ, ਸਾਰੀਆਂ ਕੋਸ਼ਿਸ਼ਾਂ ਨੱਠ ਭੱਜ, ਉਦੋਂ ਫਿਰ ਸਮਾਧੀ ਟਿਕ ਗਿਆ। ਸਮਾਧੀ ਵੇਖੀ ਹੋ ਤੁਸੀਂ? ਕਿਤੇ ਬਣ ਜਾਵੇ ਉਹੀ ਜੀ। ਸਮਾਧੀ ਪੱਥਰ ਦੀ ਹੁੰਦੀ ਹੈ, ਬੁੱਤ ਪੱਥਰ ਦਾ ਹੁੰਦਾ ਹੈ। ਕਿਤੇ ਹਿਲਜੁਲ ਹੈਗੀ, ਕਿਤੇ ਬੋਲ ਚਾਲ ਹੈਗੀ, ਕਿਸੇ ਦੀ ਗੱਲ ਸੁਣਦੀ ਹੈ ਸਮਾਧੀ? ਨਾ ਨਾ ਨਾ।
ਤੂੰ ਬੋਲੀ ਜਾ, ਤੂੰ ਅਰਦਾਸਾਂ ਕਰੀ ਜਾ, ਉਹ ਚੁੱਪ ਹੈ। ਬਸ ਜਿੱਦਣ ਇਹ ਚੁੱਪ ਤੂੰ ਹੋ ਗਿਆ ਤੇ ਸਮਾਧੀ ਲੱਗ ਗਈ। ਅੱਜ ਕੇ ਆਖੋ ਸਤਿਨਾਮ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਮੁੰਦਰ ਨੂੰ ਬਲੋਲਣ ਖਾਤਰ ਮਸ਼ੀਨਰੀ ਨਹੀਂ ਇਕੱਠੀ ਕੀਤੀ। ਇਹ ਸਰੀਰ ਹੀ ਸਮੁੰਦਰ ਹੈ। ਸਰੀਰ ਸਮੁੰਦਰ ਵੀ ਆਛੇ ਕਮਲ ਅਨੂਪ, ਇਹਦੇ ਵਿੱਚ ਹੀ ਸਭ ਕੁਝ ਹੈ। ਗੁਰਸਿੱਖ ਪਿਆਰਿਓ, ਕਰ ਖੋਜਣਾ ਪਊਗਾ। ਹੋਰ ਤਾਂ ਗੱਲਾਂ ਨੂੰ ਛੱਡ ਦਿਓ, ਰੱਬ ਵੀ ਤਾਂ ਇਹਦੇ ਵਿੱਚ ਹੈ। ਅੱਜ ਕੇ ਆਖੋ ਸਤਿਨਾਮ। ਪਰਮਾਤਮਾ ਵੀ ਤਾਂ ਵਿੱਚ ਹੈ ਨਾ। ਉਹ ਕਿਹੜਾ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਿਹੋ ਪੁਕਾਰ, ਉਹ ਵੀ ਵਿੱਚ ਹੈ। ਜੋ ਨੱਠ ਭੱਜ ਕਰਨ ਵਾਲਾ ਘੋੜਾ ਦੌੜਾਈ ਫਿਰਦਾ ਸਾਨੂੰ 24 ਘੰਟੇ, 1 ਮਿੰਟਾਂ 'ਚ ਆਕਾਸ਼, 1 ਮਿੰਟਾਂ 'ਚ ਪਤਾਲ। ਸ੍ਰੀ ਗੁਰੂ ਅਮਰਦਾਸ ਸਾਡੇ ਸਤਿਗੁਰਾਂ ਨੇ ਉਹਨੂੰ ਸਹਿਜ, ਘੋੜਾ ਕੀਤੋ ਸਹਿਜ ਦਾ। ਸਹਿਜ ਕਹਿੰਦੇ ਅਡੋਲ, ਹਿਲ ਜੁਲ ਤੋਂ ਰਹਿਤ। ਇਹ ਮਨ ਜਿਹੜਾ 24 ਘੰਟੇ ਚੰਚਲ, ਮਨ ਰੋਚੈ ਬੁਰਾਈਆਂ, 24 ਘੰਟੇ ਨਠਿਆ ਭੱਜਿਆ ਫਿਰਦਾ, ਇਹਨੂੰ ਮਹਾਰਾਜ ਨੇ ਟਕਾ ਲਿਆ। ਅਡੋਲ ਸਹਿਜ ਅਵਸਥਾ ਵਿੱਚ ਲਿਆਂਦਾ। ਇਹ ਘੋੜਾ ਤੁਰਨ ਤੋਂ ਹਟ ਗਿਆ, ਨੱਠ ਭੱਜ ਤੋਂ ਖੜ ਗਿਆ। ਤੇ ਇਹਦੇ ਉੱਤੇ ਚੜ੍ਹਨ ਵਾਸਤੇ, ਬੈਠਣ ਵਾਸਤੇ ਕਾਠੀ ਬਣਾਉਣੀ ਪੈਂਦੀ ਹੈ। ਘੋੜੇ ਉੱਤੇ ਬੈਠਣ ਵਾਸਤੇ ਕੁਝ ਰੱਖਣਾ ਪੈਂਦਾ ਹੈ। ਜ਼ਰੂਰੀ ਚੀਜ਼ ਕਾਠੀ ਹੈ। ਕਈ ਕੱਪੜਾ ਰੱਖ ਕੇ ਹੀ ਬਹਿ ਜਾਂਦੇ, ਪਰ ਨਹੀਂ, ਅਸਲ ਸਵਾਰੀ ਕਾਠੀ ਦੀ ਹੈ। ਮਹਾਰਾਜ ਨੇ ਜੋ ਸਹਿਜ ਅਵਸਥਾ, ਅਡੋਲ ਅਵਸਥਾ ਹੈ, ਹਿਲ ਜੁਲ ਤੋਂ ਰਹਿਤ ਅਵਸਥਾ ਹੈ, ਉਹਨੂੰ ਤਾਂ ਬਣਾ ਲਿਆ ਘੋੜਾ। 4 ਸਵੇਰੇ ਹਿੱਲਣ ਜੁਲਣ ਤੋਂ, ਨੱਠ ਭੱਜ ਤੋਂ ਇਹਨੂੰ ਟਕਾ ਲਿਆ। ਤੇ ਗੁਰਮੁਖ ਪਿਆਰਿਓ, ਘੋੜਾ ਕੀਤੋ ਸਹਿਜ ਦਾ, ਜਤ ਕੀਓ ਪਲਾਣ। ਪਲਾਣ ਕਹਿੰਦੇ ਕਾਠੀ ਨੂੰ। ਪਲਾਣ ਫਾਰਸੀ ਦਾ ਸ਼ਬਦ ਹੈ ਕਾਠੀ, ਜਿਹਨੂੰ ਜੀਨ ਵੀ ਕਿਹਾ ਬਾਣੀ ਦੇ ਵਿੱਚ, ਬਹੁਤ ਵਾਰ ਪਾਠ ਆਏ। ਤੇ ਉਹ ਕਾਠੀ ਕਾਹਦੀ ਪਾਈ? ਥੋੜਾ ਜਿਹਾ ਧਿਆਨ ਦਿਓ, ਮੈਂ ਤੁਹਾਡੇ ਘਰ ਦੀ ਗੱਲ ਨਾਲ ਸਮਝਾਉਂਗਾ ਇਹਨੂੰ, ਫਿਰ ਛੇਤੀ ਪਕੜ ਵਿੱਚ ਆ ਜਾਊਗੀ। ਕਾਠੀ ਦੇ ਉੱਪਰ ਬੈਠੀ ਦਾ ਨਾ, ਉਹ ਕਾਹਦੀ ਬਣਾਈ? 10 ਇੰਦਰੀਆਂ ਨੂੰ ਸੰਜਮ ਵਿੱਚ ਲਿਆਉਣਾ, ਜਤ ਸਾਮ ਦਮ, ਇਹ ਕਾਠੀ ਬਣਾਓ। ਕਾਠੀ ਦਾ ਕੀ ਭਾਵ ਹੁੰਦਾ? ਉੱਪਰ ਬੈਠਣਾ। ਘੁਲ ਰਹੇ ਨੇ ਪਹਿਲਵਾਨ, ਬੜਾ ਕੁਝ ਹੋਇਆ, ਮੁੱਕੇ ਵੱਜੇ, ਨਕਸੀਰਾਂ ਚੱਲ ਪਈਆਂ, ਹੱਡ ਗੋਡੇ ਟੁੱਟ ਗਏ, ਪਰ ਜਿਹਨੂੰ ਹੇਠ ਲੈ ਕੇ ਉੱਪਰ ਬਹਿ ਜਵੇ ਨਾ ਪਹਿਲਵਾਨ, ਉਹ ਜਿੱਤ ਗਿਆ। ਅੱਜ ਕੇ ਆਖੋ ਸਤਿਨਾਮ। ਉੱਪਰ ਬੈਠ ਜਾਂਦੇ, ਜਿਹੜਾ ਢਾ ਲਿਆ, ਜਿੱਤਣ ਵਾਲਾ ਉੱਪਰ ਬਹਿ ਜਾਂਦਾ। ਜਦ ਉੱਪਰ ਬਹਿ ਗਿਆ, ਗਿਆ ਆ, ਹਾਰ ਗਿਆ। ਹਿਲੂ ਕਿੱਥੇ ਹੁਣ? ਉਹ ਤੇ ਗਿਆ। ਦੇਖੋ ਕੈਸੇ ਪ੍ਰਮਾਣ ਨੇ। ਜੇ ਡੂੰਘੀ ਖੋਜ ਵਿੱਚ ਜਾਈਏ, ਮਨ ਜੋ ਨਠਿਆ ਭੱਜਿਆ ਫਿਰਦਾ, ਇਹਨੂੰ ਸਹਿਜ ਅਡੋਲ ਅਵਸਥਾ ਵਿੱਚ ਲੈ ਆਂਦਾ ਸਤਿਗੁਰਾਂ ਨੇ। ਤੇ ਗੁਰਮੁਖ ਪਿਆਰਿਓ, ਇਸ ਘੋੜੇ ਉੱਤੇ ਬੈਠਣ ਵਾਸਤੇ ਸੰਜਮ, ਜਾਤ ਸਤ ਸੰਜਮ, ਬੁੱਧ ਧਰਮ ਦਾ ਸ਼ਬਦ ਹੈ ਸੰਜਮ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੇ ਬਹੁਤ ਵਾਰ ਵਰਤੇ ਹੈ। ਹੁਣੀ ਗੁਰਮੁਖ ਪਿਆਰਿਆਂ ਤੋਂ ਤੁਸੀਂ ਸੁਣਿਆ, ਜਪ ਤਪ ਸੰਜਮ ਧਰਮ ਨਾ ਕਮਾਇਆ। ਸੰਜਮ ਦਾ ਅਰਥ ਹੈ ਸਾਮ ਦਮ, ਬੋਧੀਆਂ ਦਾ ਸ਼ਬਦ ਹੈ। ਸੰਜਮ ਸਮਦਮ ਹੁੰਦਾ ਹੈ, 10 ਇੰਦਰੀਆਂ ਨੂੰ ਵਸ ਵਿੱਚ ਕਰ ਲੈਣਾ, ਉਹਨੂੰ ਕਹਿੰਦੇ ਸਾਮ ਦਮ। ਉਹਨੂੰ ਬਾਣੀ ਨੇ ਕਿਹਾ ਸੰਜਮ, ਉਹਨੂੰ ਆਪਾਂ ਕਹਿੰਦੇ ਜਤ। ਜਤ ਸਤ ਆਪਾਂ ਕਹਿੰਦੇ ਨਹੀਂ। ਜਤ ਇੱਕ ਸਰੀਰ ਦੇ ਸਪਰਸ਼ ਦਾ ਹੀ ਨਹੀਂ, ਤੁਹਾਨੂੰ ਦੱਸਿਆ ਸੀ ਸੁਖਮਨੀ ਸਾਹਿਬ ਦੀ ਪੌੜੀ ਵਿੱਚ, ਅੱਖਾਂ ਦਾ ਵੀ ਜਤ ਹੈ, ਕੰਨਾਂ ਦਾ ਵੀ ਜਤ ਹੈ, ਮਨ ਦਾ ਵੀ ਜਤ ਹੈ, ਚਮੜੀ ਦਾ ਵੀ ਜਤ ਹੈ, ਨੱਕਾਂ ਦਾ ਵੀ ਜਤ ਹੈ। ਗੁਰਮੁਖ ਪਿਆਰਿਓ, ਪਰ ਤੇਰਿਆ ਰੂਪ ਨਾ ਪੇਖੇ ਨੇਤਰ, ਇਹ ਅੱਖਾਂ ਦਾ ਜਤ ਹੈ। ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਇਹ ਕੰਨਾਂ ਦਾ ਜਤ ਹੈ। ਆਪਸ ਤੇ ਜਾਣੇ ਸਭ ਤੇ ਜਾਣੇ ਆਪਸ ਕੋ ਮੰਦਾ, ਇਹ ਗੁਰਮੁਖ ਪਿਆਰਿਓ ਮਨ ਦਾ ਜਤ ਹੈ। ਤੇਰੀ ਸਮਝ ਵਿਚਾਰ ਦਾ ਜਤ ਹੈ। ਇਹਨਾਂ ਨੂੰ ਸਾਰਿਆਂ ਨੂੰ ਜਿੱਤਣੇ। ਜਤ ਜਤ ਕੀਓ ਪਲਾਣ, ਪਲਾਣ ਕਹੀਏ ਕਾਠੀ। ਮਨ ਦਾ ਬਣਾ ਲਿਆ ਘੋੜਾ, ਪਰ ਕੀ ਬਣਾ ਲਿਆ? ਹਿੱਲਣ ਨਹੀਂ ਦਿੱਤਾ, ਅਡੋਲ ਸਹਿਜ ਟਕਾ ਲਿਆ ਉਹਨੂੰ। ਉਹਦੇ ਉੱਤੇ ਚੜ੍ਹਨ ਖਾਤਰ 10 ਇੰਦਰੀਆਂ ਦੀ ਬਣਾ ਲਈ ਕਾਠੀ। ਉਹ ਕਿਵੇਂ? ਕਾਠੀ ਦੇ ਉੱਪਰ ਬੈਠੀ ਦੇ, ਜਿਹਦੇ ਉੱਪਰ ਚੜ ਜੀਏ ਉਹ ਹਾਰ ਗਿਆ ਤੇ ਚੜ੍ਹਨ ਵਾਲਾ ਜਿੱਤ ਗਿਆ। ਗੁਰਮੁਖ ਪਿਆਰਿਓ, 10 ਇੰਦਰੀਆਂ ਨੂੰ ਕੰਟਰੋਲ ਵਿੱਚ ਲਿਆ ਕੇ ਜਤ ਰੂਪੀ
ਉਸ ਘੋੜੇ ਉੱਤੇ ਮਹਾਰਾਜ ਨੇ ਕਾਠੀ ਪਾ ਲਈ। ਤਣਖ ਚੜਾਇਓ ਸਤ ਦਾ ਜਸ ਹੰਦਾ ਬਾਣ। ਇਹ ਘੋੜੇ ਤੇ ਚੜ ਕੇ ਹੀ ਸੂਰਮੇ ਜਿੱਤਣ ਜਾਣੇ ਇੱਕ ਦੂਜੇ ਨੂੰ, ਜੰਗ ਕਰਦੇ ਅੱਗੇ ਘੋੜਿਆਂ ਦਾ ਜੰਗੇ ਹੁੰਦਾ ਸੀ। ਦਸਮ ਪਾਤਸ਼ਾਹ ਦੇ ਸੂਰਬੀਰਾਂ ਨੇ ਘੋੜਿਆਂ ਤੇ ਹੀ ਜੰਗ ਕੀਤਾ। ਮਹਾਰਾਜ ਆਪ ਘੋੜੇ ਤੇ ਸਵਾਰ, ਬੜੇ ਬੜੇ ਜਰਨੈਲ ਹੋਏ ਨੇ, ਉਹ ਸਾਰੇ ਘੋੜਿਆਂ ਤੇ ਹੀ ਤੁਹਾਨੂੰ ਨਜ਼ਾਰੇ ਆਉਣਗੇ। ਝਾਂਸੀ ਵਾਲੀ ਰਾਣੀ, ਸ਼ਿਵਾਜੀ, ਸਾਰੇ ਘੋੜਿਆਂ ਤੇ ਹੀ ਗੁਰਮੁਖ ਪਿਆਰਿਓ ਜੰਗ ਕਰਦੇ ਰਹੇ ਨੇ। ਉਹ ਘੋੜਾ ਸਹਿਜ ਦਾ ਬਣਾ ਲਿਆ ਤੇ ਕਾਠੀ ਬਣਾ ਲਈ ਸੰਜਮ ਦੀ। ਦਸੇ ਇੰਦਰੀਆਂ ਨੂੰ ਅਧੀਨ ਕਰ ਲਿਆ, ਉੱਪਰ ਬੈਠ ਜਾਣਾ, ਅਧੀਨ ਕਰ ਲੈਣਾ। ਉਸ ਤੋਂ ਬਾਅਦ ਗੁਰਮੁਖ ਪਿਆਰਿਓ ਜਦ ਕੀਓ ਭਲਾਣ ਧਨਕ ਚੜਾਇਓ। ਫਿਰ ਸੂਰਮੇ ਕੋਲ ਧਨਸ ਵੀ ਚਾਹੀਦਾ, ਹਥਿਆਰ ਵੀ ਚਾਹੀਦਾ। ਗੁਰਮੁਖ ਪਿਆਰਿਓ ਪੜਿਓ ਜੀ ਗੁਰਮੁਖੋ। ਤਨਖ ਚੜਾਇਓ ਸਤ ਦਾ ਜਸ ਹੰਦਾ ਬਾਣ। ਸਤ ਤਨਖ ਕਾਹਦਾ ਚੜਾਇਆ? ਇੱਥੇ ਸਤ ਦਾ ਅਰਥ ਹੈ ਉੱਚਾ ਆਚਰਣ, ਕਰੈਕਟਰ। ਇਹ ਤਨਖ ਹੈ। ਜਿਹਦੇ ਕੋਲ ਸ਼ਸਤਰ ਹੋਵੇ ਤੇ ਦੁਸ਼ਮਣ ਡਰਦਾ ਨਾ ਦੂਰੋਂ ਹੀ। ਇਹ ਆਦੇ ਰੱਖ ਲਿਓ ਮੇਰੀ ਬੇਨਤੀ, ਜਿਹਦਾ ਜੀਵਨ ਉੱਚਾ ਹੈ ਉਹਦਾ ਪ੍ਰਭਾਵ ਤੁਹਾਡੇ ਤੇ ਪਵੇਗਾ। ਉਹ ਤੋਂ ਡਰੋਗੇ, ਉਹ ਤੇ ਭੈ ਮੰਨੋਗੇ। ਜਿਹਦਾ ਜੀਵਨ ਹੀ ਉੱਚਾ ਨਹੀਂ ਹੈ, ਕਥਾ ਕੀਰਤਨ ਕਿਆ ਕਰੂਗੀ? ਧਨ ਦੌਲਤ ਵਾਲੇ ਬਥੇਰੇ ਫਿਰਦੇ ਆ, ਕਰੈਕਟਰਲੈਸ ਨੇ। ਸਕਾ ਭਾਈ ਤੇ ਸਕਾ ਪੁੱਤ ਵੀ ਬਚਨ ਨਹੀਂ ਮੰਨਦਾ। ਅਜ ਕੇ ਆਖੋ ਸਤਿਨਾਮ। ਗੁਰੂ ਮਹਾਰਾਜ ਨੇ ਤਨਖ ਕਾਹਦਾ ਚੱਕਿਆ? ਘੋੜਾ ਲਿਆ ਸਹਿਜ ਦਾ, ਅਡੋਲ ਅਵਸਥਾ ਦਾ। ਤੇ ਗੁਰਮੁਖ ਪਿਆਰੇ ਦਸੇ ਇੰਦਰੀਆਂ ਨੂੰ ਬਣਾ ਲਿਆ ਕਾਠੀ ਉੱਪਰ ਬਿਰਾਜਮਾਨ ਹੋ ਗਏ। ਮਹਾਰਾਜ ਨਹੀਂ ਹਿੱਲਣ ਦਿੱਤਾ। ਜਿਹਦੇ ਉੱਪਰ ਚੜ ਜੀਏ ਅਧੀਨ ਹੋ ਗਿਆ। ਫਿਰ ਤਨਖ ਕਾਹਦਾ ਬਣਾਇਆ ਮਹਾਰਾਜ ਨੇ? ਉੱਚ ਆਚਰਣ ਦਾ। ਇਹੀ ਤਨਖ ਹੈ। ਸਾਡੇ ਕੋਲ ਕਥਾ ਦੇ ਧਨ ਕहेंगे, ਕੀਰਤਨ ਦੇ ਧਨ ਕहेंगे, ਐਮਏ ਦੇ ਧਨ ਕहेंगे, PhD ਦੇ ਧਨ ਕहेंगे। ਸਾਡੇ ਕੋਲ ਬੜੇ ਬੜੀਆਂ ਡਿਗਰੀਆਂ ਦੇ ਧਨ ਕहेंगे, ਪਰ ਸ਼ੁੱਧ ਜੀਵਨ ਦਾ ਧਨਖ ਨਹੀਂ ਹੈ। ਅਜ ਕੇ ਆਖੋ ਸਤਿਨਾਮ। ਨਹੀਂ ਧਨਖ ਸ਼ੁੱਧ ਜੀਵਨ, ਇਹਦੇ ਵਰਗਾ ਹਥਿਆਰੇ ਕੋਈ ਨਹੀਂ ਹੈ। ਗੁਰਸਿੱਖ ਪਿਆਰਿਓ ਬਿਨਾਂ ਕਹੇ ਤੋਂ ਹੀ ਪ੍ਰਭਾਵ ਪਵੇਗਾ। ਜਿਹਦਾ ਸ਼ੁੱਧ ਜੀਵਨ ਹੈ, ਜਿਹਦਾ ਸ਼ੁੱਧ ਜੀਵਨ ਹੈ, ਸੰਤ ਬਣਿਆ ਫਿਰੇ, ਚੋਲੇ ਪਾਈ ਫਿਰੇ, ਲਓ ਲਸ਼ਕਰ ਨਾਲ ਲਈ ਫਿਰੇ, ਕਾਰਾਂ ਤੇ ਝੰਡੇ ਗੱਡੀ। ਨਹੀਂ ਨਹੀਂ, ਕੀ ਪ੍ਰਭਾਵ ਪਵੇਗਾ? ਉਲਟ ਪਵੇਗਾ। ਇੱਕ ਇੱਥੇ ਗੱਲ ਹੋਰ ਤੁਹਾਨੂੰ ਕਹਿਣ ਲੱਗੇ, ਨਾਸਤਿਕ ਕਦੇ ਜੰਮਦੇ ਨਹੀਂ ਹੁੰਦੇ। ਵਰਲਡ ਦੇ ਵਿਦਵਾਨਾਂ ਦੀ ਰਾਏ ਬੇਮੁਖ ਕਦੇ ਜੰਮਦੇ ਨਹੀਂ ਹੈ। ਕਿੱਥੋਂ ਪੈਦਾ ਹੋਣੇ? ਕਿਸੇ ਚੰਗੇ ਪੁਰਸ਼ ਨੂੰ ਗਲਤੀ ਕਰਦੇ ਦੇਖ ਕੇ। ਅਜ ਕੇ ਆਖੋ ਸਤਿਨਾਮ। ਸਮਝਿਓ ਮੇਰੀ ਬੇਨਤੀ, ਨਾਸਤਿਕ ਪੈਦਾ ਨਹੀਂ ਹੁੰਦੇ। ਜਦੋਂ ਬਣਿਆ ਫਿਰੂਗਾ ਆਸਤਿਕ ਤੇ ਕੰਮ ਕਰੇਗਾ ਮਾੜੇ। ਫਿਰ ਪੰਜਾਬੀ ਬੋਲਾਂ ਆਪਣੇ ਸਿੱਖਾਂ ਵਾਲੀ, ਇਹ ਅੰਮ੍ਰਿਤ ਛਕਿਆ ਆਹ ਕੁਝ ਕਰਦਾ ਤੇ ਮੈਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ? ਅਜ ਕੇ ਆਖੋ ਸਤਿਨਾਮ। ਇਹਨੇ ਸੰਤ ਬਣ ਕੇ ਆਹ ਕਰਤੂਤ ਕੀਤੀ ਹੈ ਤੇ ਮੈਨੂੰ ਨਾਮ ਜਪਣ ਦੀ ਕੀ ਲੋੜ ਹੈ? ਨਾਸਤਿਕ ਕਦੇ ਪੈਦਾ ਨਹੀਂ ਹੁੰਦੇ। ਆਸਤਿਕ ਜਦੋਂ ਗਲਤ ਕੰਮ ਕਰਦਾ, ਧਰਮੀ ਪੁਸ਼ਾਕ ਪਾ ਕੇ ਧਰਮੀ ਕਹਾਉਣ ਵਾਲਾ ਜਦੋਂ ਗਲਤ ਕੰਮ ਕਰੇਗਾ, ਉਹਨੂੰ ਦੇਖ ਕੇ ਨਾਸਤਿਕ ਬਣਨਗੇ। ਉਹਨੂੰ ਦੇਖ ਇਹਨੇ ਅੰਮ੍ਰਿਤ ਛਕਿਆ ਤੇ ਖੜਾ ਠੇਕੇ ਮੂਰੇ, ਮੈਂ ਸ਼ਰਾਬ ਕਿਉਂ ਛੱਡਾਂ? ਇਹਨੇ ਛਾਕੇ ਨਹੀਂ ਛੱਡੀ ਤੇ ਮੈਂ ਐਵੇਂ ਛੱਡੀ ਫਿਰਾਂ। ਨਾਸਤਿਕ ਜੰਮਦੇ ਨਹੀਂ ਹੁੰਦੇ, ਬਣਾਏ ਜਾਂਦੇ। ਇਸ ਤਰ੍ਹਾਂ ਖਾਲਸਿਆਂ ਨੂੰ ਅੱਤਵਾਦੀ ਕਿਹਾ ਗਿਆ, ਸ਼ਹੀਦ ਕਰ ਗਿਆ ਉਹਨਾਂ ਨੂੰ ਅੱਤਵਾਦੀ ਨੇ। ਅੱਤਵਾਦੀ ਕਦੇ ਜੰਮਦੇ ਨਹੀਂ ਹੁੰਦੇ। ਜਦੋਂ ਦੁਨੀਆ ਵਿੱਚ ਅੱਤ ਹੋ ਜਾਵੇ ਜ਼ੁਲਮ ਦੀ, ਉਦੋਂ ਹਥਿਆਰ ਚੱਕਣੇ ਪੈਂਦੇ ਨੇ। ਅਜ ਕੇ ਆਖੋ ਸਤਿਨਾਮ। ਜੰਮਦੇ ਨਹੀਂ ਹੁੰਦੇ। ਇੱਥੇ ਹੁਣ ਸਮਝਿਓ, ਮੈਂ ਇੱਕ ਦਿਨ ਅੱਗੇ ਬੇਨਤੀ ਕੀਤੀ ਸੀ, ਉੱਚ ਜੀਵਨ ਜਿਹੜਾ ਇਹਦਾ ਅਸਰ ਹੈ, ਕਿਸੇ ਕਥਾ ਕੀਰਤਨ ਦਾ ਅਸਰ ਨਹੀਂ, ਕਿਸੇ ਗਿਆਨ ਦਾ ਉੱਥੇ ਅਸਰ ਨਹੀਂ ਜਾਣਾ। ਜੇ ਜੀਵਨ ਨੂੰ ਇਹ ਕਲੰਕਿਤ ਕੀਤਾ ਹੋਇਆ ਤਾਂ ਤੇਰੀ ਸਿੱਖਿਆ ਕੀ ਕਰੂਗੀ? ਤੁਹਾਨੂੰ ਮੈਂ ਬੇਨਤੀ ਸ਼ਾਇਦ ਇੱਕ ਦਿਨ ਕੀਤੀ ਸੀ ਕਿ ਤੁਹਾਡੀ ਕਿਰਪਾ ਹੋਗੀ ਮਹਾਰਾਜ ਦੀ, ਮਹਾਂਪੁਰਸ਼ਾਂ ਦੀ, ਕਿ 7 ਕਥਾ ਸੂਰਜ ਪ੍ਰਕਾਸ਼ ਦੀਆਂ ਪੂਰੀਆਂ ਹੋ ਚੁੱਕੀਆਂ ਨੇ। 8ਵੀਂ ਕਥਾ ਚੱਲਦੀ ਹੈ ਤੇ ਤੁਹਾਡੀ ਮਿਹਰ ਹੈ। ਕਥਾ ਵੀ ਟੀਕਿਆਂ ਤੇ ਨਹੀਂ ਚੱਲਦੀ, ਹੱਥ ਲਿਖਤ ਗ੍ਰੰਥ ਤੇ ਚੱਲਦੀ ਹੈ।
ਸਾਡੇ ਡੇਰੇ ਜਿੰਨੇ ਵੀ ਗ੍ਰੰਥ ਹਨ ਹੱਥ ਲਿਖਤ, ਬੀੜਾ ਵੀ ਹੱਥ ਲਿਖਤ ਨੇ। ਇਹ ਤਾਂ ਅਸੀਂ ਸਖਾਲਾ ਕੰਮ ਬਣਾ ਲਿਆ ਨਾ, ਹੁਣ ਪਦ ਛੇਦ ਬੀੜਾ ਬਣਾ ਲਈ। ਤੇ ਇੱਕ ਹੋਰ ਆਪਾਂ ਨੇ ਪਾਪ ਕੀਤਾ, ਸਾਨੂੰ ਪੜ੍ਹਨੀਆਂ ਆਉਂਦੀਆਂ ਨਹੀਂ ਸੀ ਉਹ ਬੀੜਾ, ਬਹਾਨਾ ਕੀ ਬਣਾਇਆ, ਇਹ ਬਿਰਧ ਬੀੜਾ ਇਹਨਾਂ ਦਾ ਸੰਸਕਾਰ ਕਰ ਦੋ। ਦੇਖੋ ਕੈਸਾ ਬਹਾਨਾ ਬਣਾਇਆ, ਬਿਰਧ ਕਹਿ ਕੇ ਉਹਨਾਂ ਦਾ ਸੰਸਕਾਰ ਕਰਤਾ। ਗੁਰਮੁਖ ਪਿਆਰਿਓ, ਉਹ ਅਮੋਲਕ ਖਜ਼ਾਨਾ ਨਹੀਂ ਲੱਭਣਾ ਅੱਜ ਕੇ ਆਖੋ ਸਤਿ, ਜੋ ਹੱਥ ਲਿਖਤ ਬੀੜਾ ਦਾ ਸੀ। ਇੰਨੀ ਕਥਾ ਕਰਨ ਤੋਂ ਬਾਅਦ 70 ਸਾਲ 6.5 ਮਹੀਨੇ ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਕੀਤਾ, ਸਿੱਖੀ ਪੈਦਾ ਕੀਤੀ, ਪਰ ਇੱਕ ਨਤੀਜੇ ਤੇ ਪੁੱਜੇ ਅਰਦਾਸ ਕਿ ਬਾਬੇ ਨਾਨਕ ਨੇ ਸਾਰੀ ਜ਼ਿੰਦਗੀ ਇੱਕ ਬੰਦੇ ਨੂੰ ਨਹੀਂ ਕਿਹਾ ਕਿ ਸਿੱਖ ਬਣ ਜਾ, ਨੋਟ ਏ ਸਿੰਗਲ ਵਨ। ਨਾਲੇ ਸਿੱਖ ਪੈਦਾ ਉਹਨੇ ਕੀਤੇ ਨੇ, ਆਪਣੇ ਮੂੰਹ ਤੋਂ ਨਹੀਂ ਕਿਹਾ ਸਿੱਖ ਬਣ ਜਾ। ਫਿਰ ਸਿੱਖ ਬਣੇ ਕਿਵੇਂ? ਜਿਹੜਾ ਸੱਜਣ ਉਹਨਾਂ ਦੇ ਕੋਲ ਆ ਜਾਂਦਾ ਸੀ, ਦਰਸ਼ਨ ਕਰ ਲੈਂਦਾ ਸੀ, ਉਹਨਾਂ ਦੇ ਜੀਵਨ ਨੂੰ ਦੇਖਦਾ ਸੀ, ਉਹ ਹੱਥ ਬੰਨ ਕੇ ਕਹਿੰਦਾ ਸੀ ਮੈਨੂੰ ਸਿੱਖ ਬਣਾ ਲੈ ਅੱਜ ਕੇ ਆਖੋ ਸਤਿ। ਕਿਸੇ ਨੂੰ ਤੂੰ ਸੀ ਕਹੋ ਮੇਰਾ ਪੁੱਤ ਬਣ ਜਾ, ਕੋਈ ਆਨੰਦ ਦੀ ਗੱਲ ਨਹੀਂ, ਕਹੇ ਤੇ ਬਣ ਜੂਗਾ। ਉਹ ਤਾਂ ਬਣ ਜੂਗਾ ਜੇ 5 ਕਿੱਲੇ ਦੇਣੇ ਹੋਏ ਅੱਜ ਕੇ ਆਖੋ ਸਤਿਨਾਮ। ਉਹ ਕਹਦਾ ਪੁੱਤ, ਉਹ ਤਾਂ ਕਿੱਲਿਆਂ ਦੀ ਗੱਲ ਹੈ। 50 ਲੱਖ ਜਮਾ ਹੋਇਆ, ਫਿਰ ਤਾਂ 20 ਪੁੱਤਾਂ ਨੂੰ ਬਣਾ ਲਓ ਚਾਹੇ, ਪਰ ਅਸਲੀ ਪੁੱਤ ਤੁਹਾਡੇ ਕਹੇ ਤੇ ਨਹੀਂ ਬਣਨਾ, ਨਹੀਂ ਬਣਨਾ। ਕਦੋਂ ਬਣੂਗਾ? ਗੁਰਮੁਖ ਪਿਆਰਿਓ, ਤੁਹਾਡਾ ਜੀਵਨ ਉੱਚਾ ਸੁੱਚਾ ਹੋਵੇ, ਤੁਹਾਡੀ ਕਰਨੀ ਉੱਚੀ ਸੁੱਚੀ ਹੋਵੇ, ਆਉਣ ਵਾਲੇ ਬੱਚੇ ਦੇ ਮੂੰਹ ਤੋਂ ਆਪੇ ਬਾਪੂ ਨਿਕਲ ਜੂਗਾ ਅੱਜ ਕੇ ਆਖੋ ਸਤਿ। ਇੱਕ ਬਾਬਾ ਸ਼ਬਦ ਹੈ, ਮੈਨੇ ਨਹੀਂ ਸਾਡੇ ਵਰਗਿਆਂ ਨੂੰ ਤੁਸੀਂ ਬਾਬਾ, ਇਹਦਾ ਅਰਥ ਕੀ ਹੈ ਤੁਹਾਤੋਂ ਅੱਧੀ ਉਮਰ ਦਾ ਤੇ ਤੁਸੀਂ ਬਾਬਾ ਕਹਿ ਰਹੇ ਹੋ, ਹੈ ਛੋਟੀ ਉਮਰ ਦਾ ਤੁਸੀਂ ਬਾਬਾ ਕਹਿ ਰਹੇ ਹੋ। ਜਦੋਂ ਕਿਸੇ ਨੂੰ ਬਾਬਾ ਜੀ ਕਹਿ ਕੇ ਬੁਲਾਓਗੇ, ਉਹਦਾ ਗੁਰਮਤਿ ਵਿੱਚ ਅਰਥ ਹੈ ਮੈਂ ਤੈਨੂੰ ਆਪਣੇ ਬਾਪੂ ਤੋਂ ਵੀ ਵੱਧ ਸਤਿਕਾਰ ਦਿੰਦਾ ਅੱਜ ਕੇ ਆਖੋ ਸਤਿ। ਇਹ ਬਾਬਾ ਜੀ ਸ਼ਬਦ ਦਾ ਅਰਥ ਹੈ ਗੁਰੂ ਘਰ ਵਿੱਚ, ਕਿਉਂਕਿ ਬਾਬਾ ਬਾਪੂ ਤੋਂ ਵੱਡਾ ਹੁੰਦਾ ਹੈ। ਕੋਈ ਕਰਨੀ ਹੋਵੇ। ਗੁਰੂ ਨਾਨਕ ਨਹੀਂ ਸੀ ਕਹਿੰਦੇ ਸਿੱਖ ਬਣੋ, ਜਿਹੜਾ ਉਹਨਾਂ ਦਾ ਜੀਵਨ ਵੇਖਦਾ ਸੀ, ਕਰਨੀ ਵੇਖਦਾ ਸੀ। ਉਹ ਢਹਿ ਕੇ ਦੁਹਾਈ ਪਾਉਂਦਾ ਸੀ, ਮੈਨੂੰ ਲਾ ਲੈ ਲੜ ਆਪਣੇ, ਮੈਨੂੰ ਸਿੱਖੀ ਦੀ ਦਾਤ ਦੇ ਦੇ। 7 ਜੀਵਨ ਉੱਚੇ ਅਚਰਨ ਦਾ ਮਹਾਰਾਜ ਨੇ ਧਨਖ ਸ਼ਾਸਤਰ ਚੱਕ ਲਿਆ। ਇਹੋ ਜਿਹਾ ਸ਼ਾਸਤਰੇ ਕੋਈ ਨਹੀਂ। ਹੁਣ ਕੱਲੇ ਧਨਖ ਨੇ ਵੀ ਕੁਛ ਨਹੀਂ ਕਰਨਾ। ਅੱਧੀ ਤੁਕ ਸੁਣੋ ਗੁਰਮੁਖ ਪਿਆਰਿਆਂ ਤੋਂ, ਸਤ ਦਾ ਜਸ ਹੰਦਾ ਬਾਣ, ਤੇ ਧਨਖ ਵਿੱਚ ਤੀਰ ਕਮਾਨ ਚਾਹੀਦਾ, ਤਾਂ ਹੀ ਕੰਮ ਕਰੂਗਾ ਨਾ। ਅਕਾਲ ਪੁਰਖ ਦਾ ਜਸ ਸਿਫਤ, ਉਹਦੀ ਵਡਿਆਈ, ਉਹ ਤੀਰ ਪਾ ਲਿਆ ਮਹਾਰਾਜ ਨੇ ਉੱਚੇ ਅਚਰਨ ਰੂਪੀ ਧਨਖ ਦੇ ਵਿੱਚ। ਧਨਖ ਤਾਂ ਹੀ ਕੰਮ ਕਰੂ ਜੇ ਤੀਰ ਹੋਵੇ, ਤੀਰ ਤਾਂ ਹੀ ਕੰਮ ਕਰੂ ਜੇ ਧਨਖ ਹੋਵੇ, ਗੋਲੀ ਤਾਂ ਹੀ ਕੰਮ ਕਰੂ ਜੇ ਰਿਵਾਲਵਰ ਹੈਗਾ, ਰਿਵਾਲਵਰ ਤਾਂ ਹੀ ਕੰਮ ਕਰੂ ਜੇ ਗੋਲੀ ਹੈਗੀ। ਉੱਚੇ ਅਚਰਨ ਦਾ ਧਨਖ ਬਣਾ ਲਿਆ ਗੁਰੂ ਅਮਰਦਾਸ ਜੀ ਨੇ। ਤੇ ਗੁਰਮੁਖ ਪਿਆਰਿਓ, ਵਾਹਿਗੁਰੂ ਦਾ ਜਸ, ਉਹਦੀ ਵਡਿਆਈ, ਸ਼ਬਦ ਨੂੰ ਤੀਰ ਪਾ ਲਿਆ ਵਿੱਚ। ਸ਼ਬਦ ਦਾ ਤੀਰ ਪਤਾ ਕਿਹੋ ਜਿਹਾ? ਗੁਰਬਾਣੀ ਵਿੱਚੋਂ ਪੁੱਛ ਲਿਆ ਕਰੋ ਗੁਰੂ ਜੀ ਤੋਂ। ਬੜੇ ਖਤਰਨਾਕ ਸ਼ਾਸਤਰ ਬਣ ਗਏ ਇੱਥੇ, ਬਹੁਤ ਖਤਰਨਾਕ ਸ਼ਾਸਤਰ। ਸਭ ਤੋਂ ਖਤਰਨਾਕ ਸ਼ਾਸਤਰ ਜੇ ਕੋਈ ਹੈ, ਉਹ ਸ਼ਬਦ ਹੈ ਗੁਰਸਿੱਖ ਪਿਆਰਿਓ। ਇਹ ਤੋਂ ਨਹੀਂ ਬਚ ਸਕੋਗੇ ਜਿੱਦਣ ਬਚ ਗਿਆ। ਕਬੀਰ ਸਤਗੁਰ ਸੂਰ ਮੇਂ ਬਾਹਿਆ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਭਰਿਆ ਪਰਾ ਕਰੇ ਜੇ ਛੇ। ਪਰ ਨਾਲ ਸ਼ਰਤ ਹੈ ਸਤਗੁਰ ਸੂਰਮੇ, ਚਲਾਉਣ ਵਾਲੇ ਦਾ ਜੀਵਨ ਹੋਵੇ। ਸੂਰਮਾ ਕੌਣ? ਜਿਹਨੇ ਵਿਕਾਰਾਂ ਨੂੰ ਜਿੱਤਿਆ ਹੋਇਆ। ਜਿਨ ਮਿਲ ਮਾਰੇ ਪੰਚ ਸੂਰਵੀਰ ਐਸੋ ਕੌਣ ਬਲੀ ਰੇ। ਜਿਹਨੇ 10 ਇੰਦਰੀਆਂ ਨੂੰ, ਪੰਚਾਂ ਵਿਕਾਰਾਂ ਨੂੰ ਅਧੀਨ ਕਰ ਲਿਆ, ਉਹ ਸੂਰਮਾ ਕੋਈ ਚਲਾਵੇ ਤੀਰ। ਸੱਚਾ ਸੁੱਚਾ ਆਚਰਣ ਜੀਵਨ ਦਾ ਧਨਕ ਹੋਵੇ ਤੇ ਸ਼ਬਦ ਦਾ ਚਲਾ ਦੇਵੇ ਤੀਰ। ਦੇਖੋ 14 ਜੰਗ ਗੁਰੂ ਗੋਬਿੰਦ ਸਿੰਘ ਜੀ ਨੇ ਲੜੇ,
14 ही जिते हैं। ये मनमती तो कहते हारे हैं, नहीं हारे, जिते हैं। क्यों जिते हैं? एक शर्त सी औरंगजेब दी ते 22 धारियां दी। 14 जंगां विच एक शर्त सी सिर्फ, केड़ी? कि आ तां गुरु गोबिंद सिंह नूं जिउंदा गिरफ्तार करो, या उहनूं शहीद करो। इन्नी हो शर्त। जिन्ने जरनैल आए चढ़ के दिल्ली तो यही कसम खा के आउंदे सी, या जिउंदा तेरे पेश करांगे या ਉਹਦਾ सिर ਵੱਢ के लियावांगे। इसे काम दे आले दुआले 14 जंग होए ते तुहानूं मनना ही पऊ। ना बाजां वाले जिउंदे फड़ होए, ना किसी तो शहीद होए। फिर जितया तो बाजां वाला गज के आखो सतनाम। जदों ना फौजियां दा मकसद हल नहीं होया, ना महाराज फड़ होए ना शहीद होए, ते फिर जित तो उन्हां दी होई ना, हारे। पर एडी वड्डी हार औरंगजेब दी 22 धारियां दी हुंदी रही। बड़ा नुकसान होया। गुरमुख प्यारिओ, आ देख लो थोड़ा चिर होया इत्थे भेजे होए अमरीका वालियां ने, पता नहीं किन्ने अरब डॉलर खर्च हो ले फौज उत्ते। 8.5 महीने तक कट्ठा घेरा रहा आनंदगढ़ साहब के किले नूं। किते फौज का थोड़ा खर्च होगा 22 धारियां ते औरंगजेब दा। और लखां की गिणती विच, ये तो गिणती दे ही फौजी भेजते हैं। 10-10 लाख का घेरा चमकौर साहब। बड़ा नुकसान, बड़ी वड्डी हार होई। पर औरंगजेब ने हार नहीं मनी, नहीं मनी। यही कहता रहा आपां जित गए। हार कदों मनी? शब्द दा तीर उच्च आचरण दा होवे धणक, विच शब्द दा होवे तीर। हार कदों मनी? जदों दीने कांगड़ बैठ के तुहाडे वाजां वाले ने जफरनामा लिखे। वो भाई धर्म सिंह दया सिंह जी नूं इंदौर तो 350 मील दूर औरंगाबाद भेजिया। उदों औरंगाबाद सी औरंगजेब। बड़ी भारी छावनी है फौजियां दी अपनी उत्थे, उत्थे भेजिया। ते जदों उन्होंने जफरनामा दिता, जदों शब्द पढ़िया जफरनामे दा, वो शब्दां दे जदों तीर वजे ना, 14 जंगां विच हार के भी हार ना मनण वाला जदों शब्द दे तीर वजे, फिर मंजे तो नहीं उठिया। अज के आखो सतनाम। फिर अद्धी कबर उत्थे ही होई ओदी औरंगाबाद, उत्थे ही मर गया। शब्द दा तीर ये इन्ना अणियाला तीर है। 12 ते वधीक विच लिख दिता है महाराज ने कि नानक लगी तुर मरे जीवन ना ही ताण। गोली लगे ते बंदा मर जाता है, पर कई 10-20 कदम तुर के मरते ने, कई हस्पताल जाके, ते कई बच भी जाने गोली लगे तो। गुरु नानक कहते गोली कादी होई? जिहदे लगे तो साह ले लिया, वो गोली कादी। चोटे सेती जो मरे लगी सा कुर्बान। बस सट जख्म ना करे, सार पार ना लंघे। सट ऐसी वजे बजदी सार भोए गिर पवे साह लवे ही ना। वो सट शब्द दी है। अज के आखो सत। अज इसे गल का मैनू दुख है। सियाणे भी मनाओगे, शब्द पढ़े बहुत जाने, कथा कीर्तन बहुत की जाती है, ग्रंथ बड़े लिख देते, पर पढ़न वालियां दा जीवन जो धणक है ना, वो शुद्ध नहीं है। अज के आखो सतनाम। साडा कथावाचकां दा जो जीवन धणक है, जिहड़ा गुरु अमरदास जी ने बनाया, वो साडा कमाने ठीक नहीं है, बंदूखे ठीक नहीं, ते पक्की गोली की करूगी। अज के आखो सतनाम। तनखे ठीक नहीं है, ते गुरमुख प्यारे तीर की करूगा। धन गुरु अमरदास महाराज। तनक सत उच्चा सुच्चा जीवन करैक्टर। इसे करके गुरु ग्रंथ साहब ने एक मोहर ला दी, केवल एक जगह। मोहर ज्यादा जगह नहीं लगदी होंदियां,
ਫਾਈਲ ਦੇ ਇੱਕ ਜਗ੍ਹਾ ਲੱਗ ਜਾਵੇ ਕੇਸ ਕੰਪਲੀਟ। ਕੋਈ 15 ਜਗ੍ਹਾ ਮੋਹਰਾਂ ਥੋੜਾ ਲੱਗਦੀਆਂ ਨੇ। ਸਾਰੀ ਫਾਈਲ ਤਿਆਰ ਕਰਕੇ ਲਾਸਟ ਵਿੱਚ ਇੱਕ ਜਗ੍ਹਾ ਸੱਚ ਬਾਬਤ ਤੇ ਜੀਵਨ ਬਾਬਤ ਮੋਹਰ ਲਾਈ। ਮਹਾਰਾਜ ਕਹਿੰਦੇ ਸੱਚੋਂ ਔਰ ਹੈ ਸਭ ਕੋ, ਸਭ ਚੀਜ਼ਾਂ ਸੱਚ ਤੋਂ ਹੇਠ ਨੇ, ਪਰ ਉੱਪਰ ਸੱਚ ਆਚਾਰ। ਜਿਹੜਾ ਜੀਵਨ ਤੇ ਕਰੈਕਟਰ ਹੈ ਸੱਚ ਤੋਂ ਵੀ ਉੱਚਾ ਹੈ। ਅੱਜ ਕੇ ਆਖੋ ਸਤ ਕੈਸੀ ਮੋਹਰ। ਉਹ ਸੱਚੇ ਸੱਚ ਦਾ ਆਚਾਰ ਜੀਵਨ ਦਾ ਧਨਕ ਬਣਾ ਲਿਆ। ਤੇ ਗੁਰਮੁਖ ਪਿਆਰਿਓ ਧਨਕ ਚੜਾਇਓ ਸਤ ਦਾ ਜਸ ਹੰਦਾ ਬਾਣ। ਅਕਾਲ ਪੁਰਖ ਦੀ ਸਿਫਤ ਕਾਦੀ ਸ਼ਬਦ ਨਾਮ। ਉਹਦਾ ਤੀਰ ਚੜਾ ਲਿਆ ਗੁਰੂ ਅਮਰਦਾਸ ਜੀ ਨੇ। ਸਤ ਦਾ ਧਨਕ ਉੱਚਾ ਸੁੱਚਾ ਅਚਰਨ ਜੀਵਨ। ਮੈਂ ਫੇਰ ਬੋਲ ਜਾਨੇ, ਉੱਚੇ ਸੁੱਚੇ ਜੀਵਨ ਨੂੰ ਸਾਹਮਣੇ ਦੇਖੋਗੇ ਕੁਝ ਭੈ ਆਵੇਗੀ। ਘਟਨਾ ਤੁਹਾਡੇ ਨਾਲ ਵੀ ਵਾਪਰੀ, ਮੇਰੇ ਨਾਲ ਵੀ ਵਾਪਰੀ। ਕਈਆਂ ਨੂੰ ਕਹਿਣ ਦੀ ਲੋੜ ਹੀ ਨਹੀਂ ਪਈ। ਕੋ ਕਰਮ ਆਪੇ ਛੱਡ ਦਿੱਤੇ ਤੇ ਅੰਮ੍ਰਿਤ ਛਕ ਲਿਆ। ਅੱਜ ਕੇ ਆਖੋ ਸਤਿਨਾਮ। ਜਿਵੇਂ ਫੁੱਲਾਂ ਕੋਲ ਜਾ ਕੇ ਕਹਿਣ ਦੀ ਲੋੜ ਨਹੀਂ ਮੈਨੂੰ ਸੁਗੰਧੀ ਦਿਓ, ਆਪੇ ਦੇਣਗੇ। ਪਾਣੀ ਵਿੱਚ ਵੜ ਜਾਓ, ਕਹਿਣ ਦੀ ਲੋੜ ਨਹੀਂ ਮੈਨੂੰ ਗਿੱਲਾ ਕਰ, ਆਪੇ ਕਰੂਗਾ। ਅੱਗ ਦੇ ਕੋਲ ਚਲੇ ਜਾਓ, ਕਹਿਣ ਦੀ ਲੋੜ ਨਹੀਂ ਮੈਨੂੰ ਗਰਮ ਕਰ, ਆਪੇ ਕਰੂਗੀ। ਕਿਸੇ ਸੁੱਧ ਜੀਵਨ ਕੋਲ ਚਲੇ ਜਾਓ, ਕਹਿਣ ਦੀ ਲੋੜ ਨਹੀਂ, ਉਹਨੇ ਸੁੱਧ ਕਰੇ ਦੇਣਾ ਹੈ। ਅੱਜ ਕੇ ਆਖੋ ਸਤਿਨਾਮ। ਉਹਦਾ ਪ੍ਰਭਾਵ ਪਊਗਾ। ਉੱਚੇ ਸੁੱਚੇ ਜੀਵਨ ਦਾ ਧਨਕ ਬਣਾ ਲਿਆ ਤੇ ਵਾਹਿਗੁਰੂ ਦਾ ਜਸ ਸੋਭਾ, ਗੁਰੂ ਦੇ ਸ਼ਬਦ ਨੂੰ ਤੀਰ ਬਣਾ ਲਿਆ। ਕਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਭਾਣ। ਕੀ ਕੀਤਾ ਉਸ ਤੀਰ ਨੇ? ਬੰਦਿਆਂ ਨੂੰ ਮਾਰਿਆ, ਜਾਨਵਰਾਂ ਨੂੰ ਮਾਰਿਆ, ਦੁਸ਼ਮਣਾਂ ਨੂੰ ਮਾਰਿਆ। ਕਲ ਯੁੱਗ ਵਿੱਚ ਜੋ ਜ਼ੁਲਮ ਕਰਨ ਵਾਲੇ, ਪਾਪ ਕਰਨ ਵਾਲਿਆਂ ਦਾ ਨੇਰੀ ਆਈ ਹੋਈ ਸੀ ਝੱਖੜ। ਤੂੰ ਅੰਧਕਾਰ ਪਾਇਆ ਪਿਆ ਸੀ। ਮੈਂ ਨਹੀਂ ਕਹਿੰਦਾ, ਗੁਰੂ ਨਾਨਕ ਕਹਿ ਰਿਹਾ। ਕਿਹੋ ਜਿਹਾ ਹਾਲਤ ਸੀ ਤੁਹਾਡੇ ਸਤਿਗੁਰਾਂ ਦੇ ਆਉਣ ਸਮੇਂ। ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੜ ਰਿਹਾ। ਸੱਚ ਮਾਵਸ ਦਿਸੇ ਨਹੀਂ ਕਹਿ ਚੜਿਆ। ਜਿੱਥੇ ਤੱਕ ਕਹਿ ਦਿੱਤਾ ਮਹਾਰਾਜ ਨੇ, ਉਹ ਭਾਲ ਵਿਕੁੰਨੀ ਹੋਈ, ਅੰਧੇਰੇ ਰਾਹ ਨ ਕੋਈ। ਕਾਲ ਕਾਲਖ ਅੰਧਿਆਰੀਆ। ਐਸਾ ਸਮਾਂ ਸੀ ਦਿਨ ਚੜ੍ਹਦਾ ਹੀ ਨਹੀਂ ਸੀ। ਰਾਤਾਂ ਸੀ ਕਾਲੀਆਂ, ਪਾਪਾਂ ਜ਼ੁਲਮਾਂ ਨੇ ਕੀਤੀਆਂ। ਕਾਹਦੇ ਨਾਲ ਚੜ੍ਹਨਾ ਕੀਤਾ? ਗੁਰ ਸ਼ਬਦ ਦੀਪਕ ਉਜਿਆਰੀਆ। ਗੁਰੂ ਨੇ ਸ਼ਬਦ ਦਾ ਦੀਵਾ ਮਚਾ ਕੇ ਸਾਰੇ ਜੱਗ ਵਿੱਚ ਮਿੱਟੀ ਧੁੰਦ ਜਗ ਚਾਨਣ। ਸ਼ਬਦ ਦਾ ਤੀਰ। ਉਹਨੇ ਬੰਦਿਆਂ ਨੂੰ ਨਹੀਂ ਮਾਰਿਆ, ਜ਼ੁਲਮ ਨੂੰ, ਜ਼ੁਲਮ ਦਾ ਅੰਧੇਰਾ, ਪਾਪਾਂ ਦਾ ਅੰਧੇਰਾ ਜੋ ਅੰਧਾਰ ਪਿਆ ਸੀ, ਉਹਦੇ ਵਿੱਚ ਸ਼ਬਦ ਦੇ ਤੀਰ ਨੇ ਕੀ ਬਣ ਕੇ ਦਿਖਾਇਆ? ਅਗਲੀ ਅੱਧੀ ਤੁਕ ਚੜਿਆ ਰਹਿ ਭਾਣ। ਰਹਿ ਸ਼ਬਦ ਨੂੰ ਇੰਗਲਿਸ਼ ਵਾਲੇ ਤੁਸੀਂ ਰੇਜ਼ ਕਹਿੰਦੇ ਹੋ, ਕਿਰਨਾ। ਸੰਸਕ੍ਰਿਤ ਵਿੱਚ ਨੂੰ ਰਹਿ ਕਹਿੰਦੇ, ਕਿਰਨਾ। ਭਾਨ ਕਹਿੰਦੇ ਸੂਰਜ ਨੂੰ। ਉਹ ਸੱਚੇ ਪਾਤਸ਼ਾਹ ਨੇ, ਫੇਰ ਸੁਣ ਲਓ, ਅਡੋਲਤਾ ਦਾ, ਸਹਿਜ ਅਵਸਥਾ ਦਾ ਘੋੜਾ, ਦਸੇ ਇੰਦਰੀਆਂ ਨੂੰ ਬਸ ਵਿੱਚ ਕਰਨ ਦੀ ਕਾਠੀ ਪਾ ਲਈ ਉਹਦੇ ਉੱਤੇ। ਉੱਚੇ ਆਚਰਣ ਜੀਵਨ ਦਾ ਧਨਕ ਬਣਾਇਆ ਤੇ ਵਾਹਿਗੁਰੂ ਦੇ ਸ਼ਬਦ ਦਾ ਵਿੱਚ ਤੀਰ ਪਾ ਲਿਆ। ਜਿੰਨੇ ਜ਼ੁਲਮ ਹੋ ਰਹੇ ਸੀ, ਹਨੇਰਾ ਸੀ, ਚੜਿਆ ਰਹਿ ਭਾਣ। ਉਹ ਤੀਰ ਕਾਹਦਾ ਆਇਆ? ਉਹ ਸ਼ਬਦ ਦਾ ਪ੍ਰਚਾਰ ਕੀ ਹੋਇਆ? ਸਾਰੀ ਦੁਨੀਆ ਵਿੱਚ ਸੂਰਜ ਚੜ ਪਿਆ। ਅੱਜ ਕੇ ਆਖੋ ਸਤਿਨਾਮ। ਚੜਿਆ ਰਹਿ ਭਾਣ। ਜਿੰਨਾ ਵੀ ਅੰਧਕਾਰ ਸੀ, ਦੀਵੇ ਪਹਿਲਾਂ ਵੀ ਬਥੇਰੇ ਸੀ। ਦੀਵਾ ਸ਼ਬਦ ਵਿਆਕਰਣ ਵਿੱਚ ਬਹੁਤ ਖਤਰਨਾਕ ਹੈ, ਤੇ ਹੁਣ ਤਾਂ ਲੋੜ ਹੀ ਨਹੀਂ ਵਿਆਕਰਣ ਪੜ੍ਹਨ ਦੀ।
ਕਿਉਂਕਿ ਆਪਾਂ ਤਾਂ ਪਹਿਲਾਂ ਹੀ ਪੜ੍ਹੇ ਹੋਏ ਐ। ਅੱਜ ਕੇ ਆਖੋ ਸਤਿਨਾਮ। ਆਪਾਂ ਨੂੰ ਕੀ ਲੋੜ? ਥੋੜੇ ਜਿਹੇ ਧਿਆਨ ਦੇਣ ਵਾਲੇ ਬੈਠੇ ਹੋ ਤਾਂ ਮੈਂ ਇੱਕ ਸ਼ਾਸਤਰ ਦਾ ਦੋਹਰਾ ਬੋਲਣ ਲੱਗੇ। ਸ਼ਾਸਤਰ ਦਾ ਦੇਖੋ ਕੈਸਾ ਦੋਹਰਾ। ਸ਼ਾਸਤਰ ਕਹਿੰਦਾ ਜਿਹੜਾ ਬੰਦਾ ਵਿਆਕਰਨ ਤੋਂ ਬਿਨਾ ਅਰਥ ਕਰਦਾ ਹੈ ਵੇਦਾਂ ਪੁਰਾਣਾਂ ਦੇ ਬਾਣੀ ਦੇ। ਸੁਣੋ ਹੁਣ ਦੋਹਰਾ। ਸ਼ਬਦ ਸ਼ਾਸਤਰ ਕੋ ਤਿਆਗ ਕਰੈ ਅਧੈਨਾ ਪਰ ਨਿਗਮ। ਸ਼ਬਦ ਸ਼ਾਸਤਰ ਵਿਆਕਰਨ ਨੂੰ ਕਹਿੰਦੇ। ਵਿਆਕਰਨ ਤਾਂ ਪੜ੍ਹਿਆ ਨਹੀਂ, ਅਧਿਐਨ ਕਰਨਾ, ਪੜ੍ਹਨਾ, ਵਿਚਾਰਨਾ, ਨਿਗਮ ਆਗਮ ਨਿਗਮ ਵੇਦ। ਵਿਆਕਰਨ ਪੜ੍ਹਿਆ ਨਹੀਂ, ਵੇਦਾਂ ਪੁਰਾਣਾਂ ਦੀ ਵਿਚਾਰ ਕਰ ਰਿਹਾ ਹੈ। ਤੁਕ ਫੇਰ ਸੁਣ ਲਓ। ਸ਼ਬਦ ਸ਼ਾਸਤਰ ਕੋ ਤਿਆਗ ਵਿਆਕਰਨ ਨੂੰ ਛੱਡ ਕੇ ਕਰੇ ਅਧੈਨਾ ਪਰ ਨਿਗਮ। ਛੇ ਵੇਦ ਸ਼ਾਸਤਰ ਪੜ੍ਹਦਾ ਫਿਰਦਾ, ਕਥਾ ਕਰਦਾ ਫਿਰਦਾ। ਥੋੜੀ ਜਿਹੀ ਡੂੰਘੀ ਗੱਲ ਹੈ, ਥੋੜਾ ਜਿਹਾ ਧਿਆਨ ਹੋਰ ਬਖਸ਼ ਦਿਓ। ਉਹ ਕੀ ਕਰਦਾ ਹੈ? ਜੋ ਵਿਆਕਰਨ ਤੋਂ ਬਿਨਾ ਅਰਥ ਕਰਦਾ ਹੈ ਨਾ, ਗੰਭੀਰ ਗੱਲ ਲਿਖ ਦਿੱਤੀ। ਸੋ ਪੱਗ ਗਿਣ ਤਹਿ ਨਾਗ ਨਿਸਤਮ ਜਲ ਮੈਂ ਚਿਰ ਰਮਿਓ। ਸੋਰਠ ਹੈ। ਫੇਰ ਸੁਣੋ। ਜਿਹੜਾ ਵਿਆਕਰਨ ਤੋਂ ਬਿਨਾ ਅਰਥ ਕਰਦਾ ਫਿਰਦਾ, ਗ੍ਰੰਥ ਪੜ੍ਹਦਾ ਫਿਰਦਾ, ਵਿਦਵਾਨ ਕਹਿੰਦਾ ਉਹ ਉਸ ਸੱਪ ਦੇ ਪੈੜ ਗਿਣਦਾ। ਪੱਗ ਪੈੜ, ਪੈੜਾਂ ਗਿਣਦਾ ਜੋ ਬੜੀ ਦੇਰ ਹੋਈ, ਹਨੇਰੀ ਰਾਤ ਸੀ, ਪਾਣੀ ਦੇ ਵਿੱਚ ਨੂੰ ਲੰਘਿਆ। ਥੋੜੇ ਪਕੜ ਚ ਆ ਜਾਵੇ, ਮੈਂ ਦੁਬਾਰਾ ਕਹਿਣ ਲੱਗੇ। ਵਿਆਕਰਨ ਨੂੰ ਛੱਡ ਕੇ ਪੜ੍ਹੇ ਤੋਂ ਬਿਨਾ ਅਰਥ ਕਰਦਾ, ਉਹ ਕੀ ਕਰਦਾ ਫਿਰਦਾ? ਸੋ ਪੱਗ ਗਿਣ, ਪੈੜਾਂ ਗਿਣਦਾ, ਨਿਸ਼ਾਨੀ ਟੋਲਦਾ। ਕਿਹਦੀ? ਤੈ ਨਾਗ, ਉਸ ਸੱਪ ਦੀ ਜੋ ਨਿਸ਼ਤਮ ਹਨੇਰੀ ਰਾਤ ਨੂੰ ਪਾਣੀ ਵਿੱਚ ਨੂੰ ਕਦੇ ਦੇਰ ਹੋਈ ਲੰਘਿਆ ਸੀ। ਪਕੜ ਵਿੱਚ ਲਿਆਓ ਮੇਰੀ ਬੇਨਤੀ। ਸੱਪ ਦਾ ਪਾਣੀ ਵਿੱਚ ਨੂੰ ਲੰਘ ਜਾਵੇ, ਨਾਲ ਦੀ ਨਾਲ ਪੈੜਾ ਖਤਮ ਹੋ ਜਾਣੀ ਹੈ। ਕੀ ਨਿਸ਼ਾਨੀ ਰਹੂਗੀ? 2 ਮਿੰਟ ਬਾਅਦ ਪਾਣੀ ਹਿੱਲਣਾ ਚੁਲਣਾ ਬੰਦ ਹੋ ਜਾਣਾ। ਪਰ ਇੱਕ ਸੱਪ ਬੜੀ ਦੇਰ ਹੋਈ, ਹਨੇਰੀ ਰਾਤ ਵਿੱਚ ਪਾਣੀ ਚ ਨੂੰ ਲੰਘਿਆ, ਤੇ ਮੇਰੇ ਵਰਗਾ ਮੂਰਖ ਉਹਦੀਆਂ ਪੈੜਾਂ ਗਿਣਦਾ ਫਿਰਦਾ ਹੈ। ਅੱਜ ਕੇ ਆਖੋ ਸਤਿਨਾਮ। ਲੱਭ ਪੈਣਗੀਆਂ ਇਹੋ ਜਿਹੇ ਗ੍ਰੰਥ, ਫਿਰ ਸੱਟ ਮਾਰਦੇ ਨੇ। ਫਿਰ ਪਤਾ ਲੱਗਦਾ ਵਿਦਿਆ ਹੁੰਦੀ ਕੀ ਹੈ, ਕੀ ਲੱਭੂਗਾ ਉਹਨੂੰ ਉੱਥੋਂ। ਇਸ ਕਰਕੇ ਵਿਆਕਰਨ ਤੋਂ ਬਿਨਾਂ ਨਹੀਂ, ਅਰਥੇ ਦਾ ਕੁਝ ਬਣ ਜਾਂਦਾ ਹੈ। ਜ਼ਰੂਰੀ ਹੈ ਸ਼ਾਸਤਰ। ਇਸੇ ਕਰਕੇ ਤੁਹਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਤਕਰੀਬਨ 38 ਸਾਲ 39 ਸਾਲ ਸਿੰਘਾਂ ਨੂੰ ਸ਼ਸਤਰ ਵਿਦਿਆ ਸਿਖਾਈ। 14 ਜੰਗ ਲੜੇ। ਛੋਟੇ ਜਿਹੀ ਤੀਰ ਕਮਾਉਣ ਚੱਲ ਲੱਗੇ, ਪਟਨਾ ਸਾਹਿਬ ਘੜੇ ਭੰਨਣ, ਨਿਸ਼ਾਨੇ ਬੰਨਣ, ਪਰ ਆਖਰ ਨੂੰ ਕਿੱਥੇ ਆ ਗਏ? ਸਿੰਘੋ ਤੁਸੀਂ ਹਥਿਆਰ ਚਲਾਉਣੇ ਸਿੱਖ ਲਏ, ਸ਼ਾਸਤਰ ਤੁਹਾਨੂੰ ਆ ਗਿਆ, ਹੁਣ ਬਨਾਰਸ ਜਾ ਕੇ ਸ਼ਾਸਤਰ ਵੀ ਪੜੋ। ਅੱਜ ਕੇ ਆਖੋ ਸਤਿਨਾਮ। 5 ਸਿੰਘਾਂ ਨੂੰ ਕੀ ਭੇਜਿਆ? ਸ਼ਾਸਤਰ ਤੇ ਸ਼ਾਸਤਰ ਦੋਵੇਂ ਚੀਜ਼ਾਂ ਜ਼ਰੂਰੀ ਹੈ। ਸ਼ਾਸਤਰ ਕਹੀਏ ਵੀਪਨ ਹਥਿਆਰ, ਸ਼ਾਸਤਰ ਕਹੀਏ ਗ੍ਰੰਥ ਵਿਆਕਰਨ, ਦੋਵੇਂ। ਇਹਦਾ ਫਾਇਦਾ ਕੀ ਹੋਊਗਾ? ਜਿਹਦੇ ਕੋਲ ਗਿਆਨ ਨਹੀਂ ਹੈ ਉਹ ਸ਼ਾਸਤਰ ਕਿਸੇ ਆਪਣੇ ਨੂੰ ਹੀ ਮਾਰ ਦੂਗਾ। ਅੱਜ ਕੇ ਆਖੋ ਸਤ, ਆਪਣਾ ਹੀ ਨੁਕਸਾਨ ਕਰ ਲੂਗਾ। ਕਿੱਡਾ ਹੀ ਚੰਗਾ ਸ਼ਾਸਤਰ ਹੋਵੇ, ਜੇ ਚਲਾਉਣਾ ਨਹੀਂ ਆਉਂਦਾ, ਖਤਮ, ਖੇਡ ਖਤਮ। ਕਈਆਂ ਨੇ ਘਰ ਵਾਲਿਆਂ ਦੀ ਗੋਲੀ ਮਾਰਤੀ, ਵਿਆਹ ਵਿੱਚ ਭੰਗੜਾ ਪੈਂਦਾ ਹੀ ਮਾਰਤਾ ਗੋਲੀ ਦੇ ਨਾਲ। ਸ਼ਾਸਤਰ ਥਾ ਪਰ ਸ਼ਾਸਤਰ ਨਹੀਂ ਥਾ। ਤੇ ਕੱਲਾ ਵਿਦਿਆ ਹੀ ਹੋਵੇ, ਵਿਆਕਰਣ ਚੱਕੀ ਫਿਰਦੇ, ਬਚਾਅ ਵਾਸਤੇ ਕੁਝ ਹੈ ਹੀ ਨਹੀਂ। ਤੇਰਾ ਵਿਆਕਰਣ ਵੀ ਮਿੰਟਾਂ ਚ ਖੋਹ ਲੈਣਾ ਲੋਕਾਂ ਨੇ। ਅੱਜ ਕੇ ਆਖੋ ਸਤਿਨਾਮ।
ਇਸੇ ਕਰਕੇ ਜਿੱਥੇ ਮਾਲਾ ਪਾ ਦਿੱਤੀ ਨਾਲ ਸ੍ਰੀ ਸਾਹਿਬ ਕਿਰਪਾਨ ਵੀ ਪਾ ਦਿੱਤੀ। ਇਹ ਮਾਲਾ ਨਾਲ ਸਿਮਰਨ ਕਰ। ਇਸ ਸਿਮਰਨ ਨੂੰ ਬਚਾਉਣ ਖਾਤਰ ਸ਼ਕਤੀ ਵੀ ਤੇਰੇ ਕੋਲ ਚਾਹੀਦੀ ਹੈ। ਆਪਣੀ ਸ਼ਕਤੀ ਤਾਂ ਕਿੱਥੇ ਰਹਿਣ ਦੇਣਗੇ ਲੋਕ। ਕਿੰਨੇ ਕੁ ਸ਼ਾਂਤੀ ਵਿੱਚ ਆ ਜਾਓਗੇ ਤੁਸੀਂ। ਗੁਰੂ ਅਰਜਨ ਤੋਂ ਵੱਡਾ ਸ਼ਾਂਤੀ ਵਾਲਾ ਕੌਣ ਹੋਊ? ਉਹਦੀ ਵੀ ਸ਼ਾਂਤੀ ਨੂੰ ਤਵੀ ਤੇ ਬਿਠਾਲ ਕੇ ਸਾੜ ਦਿੱਤਾ। ਉਹਦੇ ਉੱਤੇ ਵੀ ਤਤੀ ਰੇਤ ਪਾ ਦਿੱਤੀ। ਉਹ ਤੋਂ ਵੱਡਾ ਸ਼ਾਂਤੀ ਵਾਲਾ ਕੌਣ ਆਪਣੇ ਵਿੱਚ? ਕੀ ਕਦਰ ਕੀਤੀ ਉਹਦੀ ਸ਼ਾਂਤੀ ਦੀ? ਫਿਰ ਹਰਗੋਬਿੰਦ ਸਾਹਿਬ ਨੇ ਕਿਹਾ ਕਿ ਮੇਰੇ ਬਾਪੂ ਨੇ ਸ਼ਾਂਤੀ ਦੀ ਹੱਦ ਕਰ ਦਿੱਤੀ, ਪਰ ਇਹਨਾਂ ਲੋਕਾਂ ਨੇ ਕਦਰ ਨਹੀਂ ਪਾਈ। ਹੁਣ ਇਸ ਸ਼ਾਂਤੀ ਦੀ ਰੱਖਿਆ ਖਾਤਰ ਇੱਕ ਨਹੀਂ ਦੋ ਤਲਵਾਰਾਂ ਦੀ ਲੋੜ ਪਊਗੀ। ਅੱਜ ਕੇ ਆਖੋ ਸਤ ਸ਼ਬਦ ਸ਼ਾਸਤਰ ਕੋ ਤਿਆਗ। ਅੱਜ ਵਿਦਿਆ ਨਹੀਂ ਹੈ, ਜੋ ਮਰਜ਼ੀ ਅਰਥ ਕਰੀ ਜਾਓ। ਤੁਸੀਂ ਸੁਣੀ ਜਾਂਦੇ ਹੋ। ਤਾਂ ਹੀ ਗਿਆਨੀ ਗਿਆਨ ਸਿੰਘ ਜੀ ਨੇ ਇੱਕ ਪੰਜਾਬੀ ਦਾ ਟੋਟਕਾ ਲਿਖਿਆ, ਬਹੁਤ ਸਿੱਧੀ ਝਟਕੀ ਗੱਲ। ਕਹਿੰਦਾ ਇਹੀ ਜੀ ਹਾਲਤ ਹੋ ਗਈ ਲੋਕਾਂ ਦੀ, ਅੰਨੀ ਕੋ ਬੋਲਾ ਘੜੀਸੇ, ਨਾ ਉਸ ਸੁਣੇ ਨਾ ਉਸ ਕੋ ਦੀਸੇ। ਪੰਥ ਪ੍ਰਕਾਸ਼ ਬਾਹਰਲਾ ਟੋਟਕਾ ਨਹੀਂ। ਅੰਨੀ ਨੂੰ ਬੋਲਾ ਘੜੀਸੀ ਜਾਂਦਾ, ਉਹਨੂੰ ਸੁਣਦਾ ਨਹੀਂ, ਉਹਨੂੰ ਦਿਖਦਾ ਨਹੀਂ। ਅੱਜ ਕੇ ਆਖੋ ਸਤਨਾਮ। ਆਹੀ ਹਾਲ ਸਾਡਾ ਤੁਹਾਡਾ ਹੋਇਆ ਵਾ। ਜੋ ਮਰਜ਼ੀ ਬੋਲੀ ਜਾਓ, ਜੋ ਮਰਜ਼ੀ ਸੁਣੀ ਜਾਓ, ਕਿਹੜਾ ਕੋਈ ਇਹਨਾਂ ਗੱਲਾਂ ਦੀ ਕਦਰ ਹੈ? ਆਓ ਫੇਰ ਭਾਈ ਸਾਹਿਬ ਜੀ ਤੋਂ ਹੀ ਤੁਕ ਸੁਣੋ। ਕਣਕ ਚੜਾਇਓ ਸਤ ਦਾ ਜਸ ਹੰਦਾ ਬਾਣ, ਕਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਪਾਣ। ਦੀਵੇ ਦੀ ਗੱਲ ਸੀ। ਵਿਆਕਰਣ ਵਿੱਚ ਦੀਵਾ ਸ਼ਬਦ ਬਹੁਤ ਖਤਰਨਾਕ, ਬਹੁਤ ਖਤਰਨਾਕ। ਕੋਈ ਸਮਝੇ ਮਾੜਾ ਮੋਟਾ ਵੀ ਦੀਵਾ ਕਾਹਤੇ ਖਤਰਨਾਕ ਹੈ? ਬੰਬ ਹੈ ਉਹ। AK-47 ਹੈ, ਦੀਵੇ ਵਰਗਾ ਖਤਰਨਾਕ ਹੈ। ਦੀਵਾ ਕੀ ਹੁੰਦਾ ਹੈ? ਜਿਹੜਾ ਜਗਦਾ ਹੋਵੇ ਤੇ ਰੋਸ਼ਨੀ ਦੇਵੇ, ਉਹਦਾ ਨਾਂ ਦੀਵਾ ਹੈ ਨਾ। ਪਰ ਦੁਨੀਆ ਦਾ ਰਿਵਾਜ ਹੈ, ਜਿਹੜਾ ਬੁਝਿਆ ਪਿਆ ਉਹਨੂੰ ਵੀ ਦੀਵਾ ਕਹੀ ਜਾਂਦੇ ਆ। ਅੱਜ ਕੋ ਸਤਨਾਮ। ਖਤਰਾ ਇੰਨਾ ਪੈਦਾ ਹੋ ਗਿਆ, ਓਏ ਜਗਦਾ ਹੈ ਤੇ ਦੀਵਾ ਕਹਿ ਦੋ। ਰੋਸ਼ਨੀ ਨਿਕਲ ਰਹੀ ਹੈ ਤੇ ਦੀਵਾ ਕਹੋ। ਤੇ ਬੁਝਿਆ ਪਿਆ, ਤੇਲ ਵੀ ਨਹੀਂ ਹੈ, ਬੱਤੀ ਵੀ ਨਹੀਂ ਹੈਗੀ, ਭਾਂਡਾ ਜਾਏ ਬਸ, ਉਸੇ ਨੂੰ ਦੀਵਾ ਕਹੀ ਜਾਂਦੇ। ਉਸ ਦੀਵੇ ਨੂੰ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਕੀ ਲਿਖਿਆ? ਹਾਥ ਦੀਪ ਕੂਏ ਭਰੇ। ਕਦੇ ਅਰਥ ਸਮਝੇ ਸ਼ਬਾਣੀ ਦੇ? ਜੇ ਜਗ ਦਾ ਦੀਵਾ ਹੱਥ ਵਿੱਚ ਹੁੰਦਾ, ਕਾਹਨੂੰ ਖੂਚ ਗਿਰਦਾ? ਦੀਵਾ ਹੱਥ ਵਿੱਚ ਸੀ ਪਰ ਬੁਝਿਆ ਹੋਇਆ ਸੀ। ਅੱਜ ਕੇ ਆਖੋ ਸਤ। ਜਗ ਦਾ ਦੀਵਾ ਹੁੰਦਾ, ਕਾਹਨੂੰ ਖੂਚ ਗਿਰਦਾ? ਕਿਉਂਕਿ ਬੁਝੇ ਹੋਏ ਦਾ ਨਾਂ ਵੀ ਦੀਵਾ ਹੈ। ਨੁਕਤਾ ਚੀਨੀ ਨਹੀਂ ਹੁਣ ਸਮਝਣੀ ਕਿਸੇ ਨੇ। ਮੈਨੂੰ ਸਾਰੇ ਗ੍ਰੰਥਾਂ ਦਾ ਸਤਿਕਾਰ ਹੈ। ਜਿੰਨੇ ਗ੍ਰੰਥ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਹਨ, ਸਤਿਕਾਰਯੋਗ ਨੇ। ਦੀਵੇ ਹੈ ਪਰ ਬੁਝੇ ਹੋਏ ਨੇ। ਅੱਜ ਕੇ ਆਖੋ ਸਤ। ਸਾਡੀ ਸਮਝ ਤੋਂ ਬਾਹਰ ਨੇ। ਸਾਡੀਆਂ ਅੱਖਾਂ ਉਹਨਾਂ ਦੀਆਂ ਰੋਸ਼ਨੀ ਦੇਖ ਹੀ ਨਹੀਂ ਸਕਦੀਆਂ, ਬੁਝ ਚੁੱਕੇ। ਆ ਇੱਕ ਦੀਵਾ ਹੈ ਸ਼ਬਦ ਦਾ, ਜਿਹਨੂੰ ਮਹਾਰਾਜ ਨੇ ਬਚਨ ਕੀਤਾ, ਸਤਿਗੁਰ ਸ਼ਬਦ ਉਜਾਰੋ ਦੀਪਾ। ਇਹ ਬੁਝਿਆ ਦੀਪ ਨਹੀਂ ਤੁਹਾਨੂੰ ਦਿੱਤਾ, ਇਹ ਸ਼ਬਦ ਦਾ ਦੀਵਾ ਸੰਸਾਰ ਨੂੰ ਬਾਲ ਕੇ ਦਿੱਤਾ ਹੈ, ਮਚਦਾ ਦਿੱਤਾ। ਕਲ ਕਾਲਖ ਅੰਧਿਆਰੀਆ, ਗੁਰ ਸ਼ਬਦ ਦੀਪਕ ਉਜਿਆਰੀ। ਉਹ ਜਿਹੜਾ ਤੀਰ ਬਣਾਇਆ, ਧਨਖ ਬਣਾਇਆ, ਸਹਿਜ ਅਵਸਥਾ ਨੂੰ ਘੋੜਾ ਬਣਾਇਆ, ਦਸੇ ਇੰਦਰੀਆਂ ਦੀ ਕਾਠੀ ਬਣਾ ਲਈ, ਸੰਜਮ, ਕੰਟਰੋਲ, ਉੱਚੇ ਜੀਵਨ ਦਾ ਧਨਖ, ਵਿੱਚ ਸ਼ਬਦ ਦਾ ਚੜਾਇਆ ਬਾਣ, ਵਾਹਿਗੁਰੂ ਦੀ ਸਿਫਤ ਦਾ। ਉਹਦੇ ਵਿੱਚੋਂ ਨਿਕਲਿਆ ਕੀ? ਉਹਦੇ ਵਿੱਚੋਂ ਐਸਾ ਪ੍ਰਕਾਸ਼ ਨਿਕਲਿਆ, ਐਸੀ ਰੋਸ਼ਨੀ, ਐਸਾ ਸੂਰਜ ਚੜਿਆ ਕਿ ਦੁਨੀਆ ਦਾ ਅੰਧੇਰਾ ਖਤਮ ਕਰ ਦਿੱਤਾ। ਅੱਜ ਕੇ ਆਖੋ ਸਤ। ਉਹ ਸ਼ਬਦ ਦਾ ਦੀਪਕ। ਮੈਨੂੰ ਖਿਮਾ ਕਰ ਦੇਣਾ, ਮੈਂ ਵੀ ਬਥੇਰੀਆਂ ਮੰਜ਼ਲਾਂ ਕੀਤੀਆਂ ਨੇ ਕਾਲਜਾਂ ਸਕੂਲਾਂ ਵਿੱਚ। ਚੰਗੀ ਪੜ੍ਹਾਈ ਹੈ, ਪੜ੍ਹੋ, ਕਾਲਜ, ਯੂਨੀਵਰਸਿਟੀ, ਇੰਜੀਨੀਅਰ ਬਣੋ, ਲਾਇਰ ਬਣੋ, ਡਾਕਟਰ ਬਣੋ,
PhD ਬਣੋ, BSc ਬਣੋ, B.Ed ਬਣੋ, ਜੋ ਮਰਜ਼ੀ ਬਣੋ, ਪਰ ਤੁਹਾਨੂੰ ਇੱਕ ਗੱਲ ਗੁਰਦੁਆਰੇ ਬੈਠਿਆਂ ਨੂੰ ਮੰਨਣੀ ਪਊ ਕਿ ਇਸ ਦੁਨਿਆਵੀ ਵਿਦਿਆ ਨੇ ਬੰਦੇ ਨੂੰ ਕੋਈ ਰੋਸ਼ਨੀ ਦਿੱਤੀ ਹੈ? ਇਹਦੇ ਵਿੱਚ ਜੀਵਨ ਦੀ ਰੋਸ਼ਨੀ ਨਹੀਂ। ਧਿਆਨ ਦਿਓਗੇ, ਜੀਵਨ ਦੀ ਰੋਸ਼ਨੀ ਨਹੀਂ ਹੈ, ਜੀਵਨ ਦਾ ਰੁਜ਼ਗਾਰ ਹੈ। ਅੱਜ ਕੇ ਆਖੋ ਸਤ। ਇਹ ਜਿੰਨੀ ਵਿਦਿਆ ਹੈ ਜੋਬ ਦਵਾ ਸਕਦੀ ਹੈ, ਚੰਗੀ ਤਨਖਾਹ ਦਵਾ ਸਕਦੀ ਹੈ। ਵਕੀਲ ਹੈ, ਚੰਗੇ ਪੈਸੇ ਮਿਲਦੇ ਨੇ। ਡਾਕਟਰ ਹੈ, ਚੰਗੇ ਪੈਸੇ ਮਿਲਦੇ ਨੇ। ਸਾਰੀ ਦੁਨਿਆਵੀ ਵਿਦਿਆ ਰੁਜ਼ਗਾਰ। ਉਹ ਕਹੇ ਨਹੀਂ ਹੋ ਤੁਸੀਂ ਮੁੰਡਿਆ ਪੜ੍ਹ ਲੈ ਕਿਤੇ ਕੰਮ ਤੇ ਲੱਗ ਜਾਏਗਾ। ਰੁਜ਼ਗਾਰ ਜਿਹੜਾ ਆਤਮਿਕ ਬੋਧ ਹੈ ਉਹ ਇੱਕ ਸ਼ਬਦ ਦਾ ਦੀਵਾ ਹੈ। ਜੇ ਕਿਤੇ ਕਾਲਜਾਂ ਦੀ ਵਿਦਿਆ ਰੋਸ਼ਨੀ ਦੇ ਦਿੰਦੀ, ਹੁਣ ਤਾਂ ਅਨਪੜ੍ਹੇ ਕੋਈ ਨਹੀਂ, ਇਹ ਦੁਨੀਆ ਸੁਰਗ ਬਣ ਜਾਂਦੀ। ਇੱਥੇ ਤਾਂ ਸ਼ਾਂਤੀ ਓ ਸ਼ਾਂਤੀ ਆ ਜਾਂਦੀ। ਪਰ ਜਿਉਂ-ਜਿਉਂ ਇਹ ਦੁਨਿਆਵੀ ਵਿਦਿਆ ਵਧੀ, ਆਤਮਿਕ ਵਿਦਿਆ ਘਟਦੀ ਗਈ। ਕਲ ਕਲੇਸ਼ ਝਗੜੇ। ਬੈਠੇ ਹੋ ਪੰਜਾਬੀ, ਕੋਈ ਧੀ ਭੈਣ ਪਏ ਆਉਂਦੀ ਹੋਵੇ ਨਾ, ਸਾਡੇ ਨੌਜਵਾਨ ਪੁੱਤ ਰਸਤਾ ਛੱਡ ਕੇ ਪਾਸੇ ਹੋ ਜਾਂਦੇ ਸੀ। ਭੈਣ ਬੱਚੀ ਆਉਂਦੀ ਇਹਨੂੰ ਲੰਘਣ। ਤੇ ਹੁਣ ਜੋ ਕੁਝ ਹੋ ਰਿਹਾ ਤੁਹਾਨੂੰ ਪਤਾ ਹੈ। ਨਾਲੇ BA ਪੜ੍ਹੇ ਹੋਏ ਨੇ, ਨਾਲੇ MA ਪੜ੍ਹੇ ਹੋਏ। ਉਹਦੇ ਕੋਲ ਆਏ ਤੇ ਕੋਈ ਗਲਤ ਹਰਕਤ ਕਰਨਗੇ, ਗਲਤ ਬੋਲਣਗੇ। ਕੀ ਕੀਤਾ ਇਸ ਵਿਦਿਆ ਨੇ? ਫਿਰ ਕੀ ਰੋਸ਼ਨੀ ਦੇਤੀ? ਬਾਪੂ ਦਾ ਸਤਿਕਾਰ ਵਧਿਆ ਇਸ ਵਿਦਿਆ ਚੋਂ? ਮਾਂ ਦਾ ਸਤਿਕਾਰ ਵਧਿਆ ਕਿ ਘਟਿਆ? ਨਾ ਨਾ ਨਾ। ਐਵੇਂ ਪੜ੍ਹੀ ਕੁੜੀ ਬੇਬੇ ਨੂੰ ਕਹੂਗੀ ਤੂੰ ਚੁੱਪ ਕਰਦੀ ਹੈ ਕਿ ਤੈਨੂੰ ਕਰਾਵਾਂ? ਪੜ੍ਹਾ ਲਓ। BA ਪੜ੍ਹਾਇਆ ਬਾਪੂ ਨੇ ਖੱਬਲ ਖੋਦ ਕੇ, ਤੇ ਬਾਪੂ ਨੂੰ ਬਾਪੂ ਤਾਂ ਕੀ ਕਹਿਣਾ, ਸਗੋਂ ਕਹੂਗਾ ਬੁੜਿਆ ਬੈਠਦਾ ਕਿ ਬਿਠਾਲਾਂ ਤੈਨੂੰ। ਵਾਹ ਸਿੱਖੋ ਕਿਹੜੀ ਵਿਦਿਆ ਦੇ ਪਿੱਛੇ। ਇਹ 4 ਪੈਸਿਆਂ ਖਾਤਰ ਇਹ ਰੁਜ਼ਗਾਰ ਹੈ, ਇਹ ਹੱਡ ਚੰਮ ਦਾ ਨਿਰਵਾਹ ਹੈ ਦੁਨੀਆ ਦੀ ਵਿਦਿਆ। ਜੇ ਆਤਮਿਕ ਗਿਆਨ ਲੈਣਾ, ਸ਼ਬਦ ਦਾ ਦੀਵਾ ਮਚਾਉਣਾ ਪਊਗਾ। ਗੱਜ ਕੇ ਆਖੋ ਸਤਿ। ਜਿੰਨੀ ਵਿਦਿਆ ਹੁਣ ਇਸ ਧਰਤੀ ਤੇ ਹੋ ਗਈ, ਇਸ ਵਿਦਿਆ ਨੂੰ ਸੁਰਗ ਬਣ ਜਾਣਾ ਚਾਹੀਦਾ ਸੀ। ਵੈਰ ਵੱਧ ਰਿਹਾ, ਭਰਾ ਨੂੰ ਕਤਲ ਕਰ ਰਿਹਾ, ਧੀ ਮਾਂ ਨੂੰ ਕਤਲ ਕਰ ਰਹੀ ਹੈ। ਚੰਡੀਗੜ੍ਹ ਕੀਤੀ ਹੈ, ਤੁਸੀਂ ਪੜ੍ਹਿਆ। ਕਿੱਥੇ ਗਈ ਵਿਦਿਆ? ਨਾਲੇ ਪੜ੍ਹੀ ਹੋਈ ਬਹੁਤ ਸੀ ਕਹਿੰਦੇ। ਇਹ ਜਿਹੜੀ ਦੁਨਿਆਵੀ ਵਿਦਿਆ ਹੈ, ਇਹ ਬੁਝਿਆ ਹੋਇਆ ਦੀਵਾ ਹੈ। ਬੁਝਿਆ। ਆ ਜਿਹੜਾ ਬਾਪੂ ਤੁਹਾਡੇ ਸਾਹਮਣੇ ਬੈਠੇ, ਜਿਹਦੇ ਲੜ ਲਾਇਆ ਤੁਹਾਨੂੰ, ਇਹ ਜਗ ਦਾ ਦੀਵਾ ਹੈ। ਅੱਜ ਕੇ ਆਖੋ ਸਤ। ਕਲ ਕਾਨਖ ਅੰਧਿਆਰੀਆ, ਗੁਰ ਸ਼ਬਦ ਦੀਪਕ ਉਜਿਆ। ਐਸਾ ਸ਼ਬਦ ਦਾ ਤੀਰ ਰੱਖ ਲਿਆ ਉਸ ਧਨਖ ਵਿੱਚ, ਕਲ ਵਿੱਚ ਧੂੰ ਅੰਧਾਰ, ਧੂੰਆਂ ਹੀ ਧੂੰਆਂ, ਅੰਧੇਰਾ ਹੀ ਅੰਧੇਰਾ। ਕਾਹਦਾ ਅੰਧੇਰਾ? ਸੂਰਜ ਮਿਟਣ ਦਾ ਨਹੀਂ, ਪਾਪਾਂ ਦਾ। ਜੋ ਕਲਮਲ ਹੋਈ ਮੇਦਨੀ, ਇੱਕ ਜਗ੍ਹਾ ਨਹੀਂ ਲਿਖਿਆ। ਹਾਂ ਭਾਰ ਬਕੁੰਨੀ ਹੋਈ, ਅੰਧੇਰੇ ਰਾਹ ਨਾ ਕੋਈ। ਇਸੇ ਭਿਆਨਕ ਹਨੇਰੇ ਵਿੱਚ, ਭਿਆਨਕ ਝੱਖੜ ਦੇ ਵਿੱਚ ਗੁਰੂ ਨਾਨਕ ਨੇ ਆ ਕੇ ਸ਼ਬਦ ਦਾ ਦੀਵਾ ਜਗਾ ਦਿੱਤਾ। ਸੂਰਜ ਚੜ ਗਿਆ ਰਹਿ ਭਾਣ, ਉਹਦੀਆਂ ਕਿਰਨਾਂ ਨੇ। ਸੂਰਜ ਤਾਂ ਨਹੀਂ ਆਉਂਦਾ ਹਨੇਰਾ ਹਟਾਉਣ ਤੁਹਾਡਾ, ਉਹ ਤਾਂ ਉੱਠੀ ਹੈ। ਉਹਦੀਆਂ ਕਿਰਨਾਂ ਹੀ ਆ ਕੇ ਹਨੇਰਾ ਦੂਰ ਕਰਨਗੀਆਂ। ਅੱਜ ਕੇ ਆਖੋ ਸਤ। ਗੁਰਬਾਣੀ ਮੈਂ ਪੜ੍ਹੀ ਜਾਵਾਂ, ਤੁਸੀਂ ਪੜ੍ਹੀ ਜਾਓ, ਸਾਡੇ ਹੈਡ ਗ੍ਰੰਥੀ ਸਾਹਿਬ ਪੜ੍ਹੀ ਜਾਣ। ਬਾਣੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਰਹਿਣੀ ਹੈ। ਗੁਟਕੇ ਚੋਂ ਪੜੋਗੇ, ਗੁਟਕ ਦੇ ਵਿੱਚ ਹੀ ਰਹਿਣੀ ਹੈ ਨਾ। ਉਹਦੇ ਵਿੱਚੋਂ ਕਿਰਨਾਂ ਨਿਕਲਣੀਆਂ ਗਿਆਨ ਦੀਆਂ ਪ੍ਰਕਾਸ਼, ਜਿਹੜੇ ਤੇਰੇ ਅੰਧਕਾਰ ਹਨੇਰ ਨੂੰ ਦੂਰ ਕਰਨਗੀਆਂ। ਸਤਹੁ ਖੇਤ ਜਮਾਇਓ, ਸਤਹੁ ਸ਼ਾਵਣ। ਹੁਣ ਇੱਕ ਸ਼ਬਦ ਤੁਹਾਡੇ ਸਮਝ ਵਿੱਚ ਆਵੇਗਾ। ਇਹ ਜਿਹੜੇ 14 ਰਤਨ ਕੱਢੇ, ਗਿਣਤੀ ਕਰੋ ਹੁਣ ਪ੍ਰੇਮੀਓ। 14 ਰਤਨ ਕਿਹੜੇ ਕੱਢੇ? ਸਰੀਰ ਵਿੱਚੋਂ ਕੱਢੇ। ਇੱਕ ਮਨ ਨੂੰ ਬਣਾਇਆ ਘੋੜਾ, 10 ਇੰਦਰੀਆਂ ਨੂੰ ਬਣਾਇਆ ਕਾਠੀ, 10 ਤੇ 1 11 ਹੋ ਗਏ ਨਾ। ਉੱਚ ਆਚਰਣ ਨੂੰ ਬਣਾਇਆ,
ਗੁਰਮੁਖ ਪਿਆਰਿਓ ਧਾਨਕ ਤੇ ਸ਼ਬਦ ਦਾ ਵਿੱਚ ਰੱਖਿਆ ਤੀਰ ਹੋ ਗਏ 13, 11 ਤੇ 2 ਗਿਆਨ ਦਾ ਚੜ ਗਿਆ ਸੂਰਜ 14 ਰਤਨ ਹੋ ਗਏ ਅੱਜ ਕੇ ਆਖੋ ਸਤ। ਇਹ ਕਿੱਥੋਂ ਕੱਢੇ? ਅਗਲੀ ਤੁਕ ਦੇਖ ਲੋ ਹੁਣ। ਸਮੁੰਦਰ ਚੋਂ ਨਹੀਂ ਕੱਢੇ, ਖਾਣਾ ਪੱਟ ਕੇ ਨਹੀਂ ਕੱਢੇ, ਇਹ ਤਨ ਰੂਪੀ ਖੇਤ ਵਿੱਚੋਂ ਕੱਢੇ। ਇਹ ਤਨ ਤੁਹਾਡਾ ਸਰੀਰ ਨਹੀਂ ਹੈ। ਇਹੀ ਨਾ ਸਮਝੋ ਮਿੱਟੀ ਅੱਗ ਪਾਉਣ ਪਾਣੀ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਇਹਨੂੰ ਖੇਤ ਲਿਖਿਆ। ਖੇਤ ਇਹ ਧਰਤੀ ਹੈ, ਸਰੀਰ ਜਿਹੜਾ 5 ਤੱਤਾਂ ਦਾ ਬਣਿਆ ਸਰੀਰ ਖੇਤ। ਇਹ ਕਿਥੋਂ ਲਿਖਿਆ ਕਿਤੇ? ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਆ। 12 ਮਾਹ ਪੜ੍ਹ ਲਓ। ਇਸ ਖੇਤ ਵਿੱਚ ਇਹ ਫਰਕ ਕਿੰਨਾ ਹੈ? ਆ ਜਿਹੜੀ ਧਰਤੀ ਹੈ ਜਿੱਤੇ ਆਪਾਂ ਬੈਠੇ ਹਾਂ, ਇਹਦੇ ਵਿੱਚ ਉਤ ਭੁਜ ਜੰਮਦੀ ਹੈ। 4 ਖਾਣੀਆਂ ਨਾ। ਇੱਕ ਖਾਣੀ ਹੈ ਅੰਡਜ, ਆਂਡਿਆਂ ਤੋਂ ਜੀਵ ਪੈਦਾ ਹੋਣੇ। ਇਹਨੂੰ 1 ਨੰਬਰ ਤੇ ਰੱਖਿਆ। ਕੋਈ ਨਾ ਕੋਈ ਕਦਰਦਾਨ ਬੈਠਾ ਹੁੰਦਾ ਵਿੱਚ। ਆਂਡਿਆਂ ਦੀ ਖਾਣੀ ਨੂੰ 1 ਨੰਬਰ ਤੇ ਕਿਉਂ ਰੱਖਿਆ? ਕਦੇ ਪੜ੍ਹਿਆ ਸੁਣਿਆ ਕਦੇ? 4 ਖਾਣੀਆਂ, ਨੰਬਰ 1 ਤੇ ਆਂਡਿਆਂ ਦੀ ਖਾਣੀ ਹੈ। ਕਿਉਂਕਿ ਇਹ ਬ੍ਰਹਿਮੰਡ ਜੋ ਬਣਿਆ ਨਾ, ਇੱਕ ਆਂਡਾ ਹੀ ਸੀ ਫੁੱਟ ਕੇ ਹੀ ਬਣਿਆ। ਅੱਜ ਕੇ ਆਖੋ ਸਤ। ਸਾਰੀ ਸਾਇੰਸ ਮੰਨ ਰਹੀ ਹੈ ਇਹ ਆਂਡੇ ਦਾ ਆਕਾਰ ਸੀ ਬ੍ਰਹਿਮੰਡ। ਫਰਕ ਕਿੰਨਾ ਹੈ? ਸਾਇੰਸ ਕਹਿੰਦੀ ਹੈ ਹੀਟ ਅਪ ਹੋ ਗਿਆ ਆਂਡਾ। ਤਾਂ ਹੀ ਜਾਨਵਰ ਬੱਚਾ ਕੱਢਣ ਵਾਸਤੇ ਆਂਡੇ ਨੂੰ ਹੀਟ ਦਿੰਦੇ ਆ, ਉੱਪਰ ਢਿੱਡ ਉੱਪਰ ਰੱਖ ਕੇ ਬਹਿਨੇ, ਤਾਂ ਬੱਚਾ ਬਾਹਰ ਆਉਂਦਾ। ਜਿਹੜੇ ਜਾਨਵਰਾਂ ਤੋਂ ਬਿਨਾਂ ਉਹਨਾਂ ਨੂੰ ਇਨਕੂਬੇਟਰ 'ਚ ਰੱਖਿਆ ਜਾਂਦਾ ਹੈ, ਹੀਟ ਦਿੱਤੀ ਜਾਂਦੀ ਹੈ। ਗੁਰਮੁਖ ਪਿਆਰਿਓ, ਸਾਇੰਸ ਕਹਿੰਦੀ ਇਹ ਬ੍ਰਹਮੰਡ ਇੱਕ ਆਂਡਾ ਸੀ, ਆਂਡੇ ਦਾ ਆਕਾਰ ਸੀ। ਗਰਮੀ ਵੱਧ ਗਈ, ਆਂਡਾ ਫੁੱਟ ਗਿਆ ਤੇ ਇਹ ਸੰਸਾਰ ਬਣ ਗਿਆ। ਤੁਹਾਡਾ ਧਰਮ ਕੀ ਕਹਿੰਦਾ? ਇੰਨਾ ਹੀ ਫਰਕ ਹੈ। ਸਾਇੰਸ ਕਹਿੰਦੀ ਗਰਮੀ ਨਾਲ ਫੁੱਟਿਆ, ਤੁਹਾਡਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਵਾਹਿਗੁਰੂ ਦੀ ਮੌਜ ਉਹਦੇ ਹੁਕਮ ਵਿੱਚ ਫੁੱਟਿਆ। ਮੰਨਣਾ ਪਊਗਾ ਹੀ। ਗਰਮੀ ਵੀ ਤਾਂ ਹੀ ਕੰਮ ਕਰੂ ਜੇ ਵਾਹਿਗੁਰੂ ਨੂੰ ਪਾਉਂਦੀ ਹੈ, ਉਹਦੀ ਰਜ਼ਾ। ਪੜ੍ਹਨੀ ਹੈ ਤੋ ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਿ ਆਂਡੇ ਤੋਂ ਸੰਸਾਰ ਫੁੱਟ ਕੇ ਬਣੇ, ਜਿਹੜੀ ਤੁਹਾਡੀ ਸਾਇੰਸ ਕਹਿ ਰਹੀ ਹੈ। ਮਹਾਰਾਜ ਕਹਿੰਦੇ ਅੰਡਜ ਫੋੜ ਜੋੜ ਵਿਛੋੜ। ਸ੍ਰੀ ਗੁਰੂ ਗ੍ਰੰਥ ਸਾਹਿਬ। ਇਹ ਬ੍ਰਹਮੰਡ ਇੱਕ ਆਂਡੇ ਦਾ ਆਕਾਰ ਸੀ, ਵਾਹਿਗੁਰੂ ਦੀ ਰਜ਼ਾ ਹੋਈ, ਉਹਨੇ ਭੰਨਤਾ। ਜਦੋਂ ਇਹ ਫੁੱਟਿਆ, ਚੱਲਿਆ ਕੀ ਸ਼ੁਰੂ ਕੀ ਹੋ ਗਿਆ? ਜੋੜ ਵਿਛੋੜ, ਜਨਮ ਤੇ ਮੌਤ ਸ਼ੁਰੂ ਹੋ ਗਈ। ਅੱਜ ਕੇ ਆਖੋ ਸਤ। ਬਹੁਤ ਕੁਝ ਪਿਆ ਤੁਹਾਡੇ ਖਜ਼ਾਨੇ ਵਿੱਚ, ਇਹਨੂੰ ਲੱਭਣ ਦੀ ਲੋੜ ਹੈ। ਸ੍ਰਿਸ਼ਟੀ ਇੱਕ ਆਂਡੇ ਤੋਂ ਪੈਦਾ ਹੋਈ, ਅੰਡਜ ਆਕਾਰ ਸੀ। ਇਸੇ ਕਰਕੇ ਅੰਡਜ ਖਾਣੀ ਸਭ ਤੋਂ ਪਹਿਲਾਂ। ਨੰਬਰ 2 ਜੇਰ। ਜੇਰ ਕਹਿੰਦੇ ਮਾਸ ਨੂੰ। ਕੁਝ ਜੀਵ ਮਾਸ ਵਿੱਚੋਂ ਪੈਦਾ ਹੁੰਦੇ ਨੇ, ਹੁਣ ਉਹਨੂੰ ਜੇਰਜ ਕਹਿੰਦੇ ਆ। ਨੰਬਰ 3 ਸੇਤ। ਸੇਤ ਨਾਮ ਹੈ ਪਸੀਨੇ ਦਾ, ਮੋਇਸਚਰ। ਬਹੁਤ ਜੂਨੀਆਂ ਪਸੀਨੇ ਚੋਂ ਪੈਦਾ ਹੋਣੀ ਹੈ। ਪੰਜਾਬ ਵਿੱਚ ਦੇਖਿਆ, ਇੱਥੇ ਵੀ ਹੈਗਾ। ਜਦੋਂ ਜੇਠ ਦੇ ਮਹੀਨੇ ਪਹਿਲਾ ਮੀਂਹ ਪਊਗਾ ਨਾ, ਇੱਕ ਖੱਡ ਵਿੱਚੋਂ ਹੀ 2.5 ਕਰੋੜ ਭਮੱਖੜ ਨਿਕਲ ਆਉਣੇ। ਅੱਜ ਕੇ ਆਖੋ ਸਤਿਨਾਮ। ਦੇਖਿਆ ਤੁਸੀਂ? ਤਾਂ ਦੇਖੇ ਕੀ, ਆਪਣੇ ਪਰ ਤਾਂ ਗਿਰਦੇ ਹੀ ਰਹੇ हैं। आज के आखो सतनाम। अपने ਤਾਂ ਵਰਤੇ हैं ਇੱਕ ਖੱਡ ਵਿੱਚੋਂ ਹੀ। ਹੁਣ ਤੁਸੀਂ ਪੜ੍ਹੇ ਲਿਖੇ ਹੋ, ਕੀ ਇੰਨੀ ਛੇਤੀ ਜਰਮੀਨੇਸ਼ਨ ਹੋ ਗਈ ਉੱਥੇ? ਉਹ ਮਾਂ ਬਾਪ ਤੋਂ ਪੈਦਾ ਹੋ ਗਏ? ਨਹੀਂ ਨਹੀਂ, ਉਹ ਸੇਤ ਪਸੀਨਾ ਮੋਇਸਚਰ। ਚਲੋ ਖੱਡਾਂ ਨੂੰ ਛੱਡੋ, ਆਪਣੀ ਗੱਲ ਕਰ ਲਓ। ਆ ਗਏ ਇੰਗਲੈਂਡ, ਆਪਾਂ ਸ਼ੈਂਪੂ ਸ਼ੂਪੂ ਲਾਉਣ ਲੱਗ ਗਏ। ਸੋਹਣਾ ਪੰਜਾਬ ਦਾ ਤੁਹਾਨੂੰ ਪਤਾ ਹੀ ਹੈ ਕਿ ਨਿਆਣਿਆਂ ਦੇ ਕਿੰਨੀਆਂ ਕੁ ਜੂਆਂ ਪੈਂਦੀਆਂ ਹੁੰਦੀਆਂ ਸੀ। ਕੋਈ ਸੱਤ ਨਾ ਭੁੱਲ ਤਾਂ ਨਹੀਂ ਗਏ? ਆਪਣੇ 'ਚ ਵੀ ਬੈਠੇ ਹੋਣੇ ਜਿਹਨਾਂ ਤੇ ਪਈਆਂ ਹੋਣੀਆਂ। ਉਹ ਜਿਹੜੀ ਜੂਨ ਦੀ ਜੂਨੀ ਹੈ, ਮਾਂ ਬਾਪ ਤੋਂ ਨਹੀਂ ਪੈਦਾ ਹੋਈ। ਮੋਇਸਚਰ
ਸੇਤ ਪਸੀਨਾ ਪੈਦਾ ਹੋ ਗਿਆ, ਮੈਲ ਪੈਦਾ ਹੋ ਗਈ, ਤੇ ਜਿਨ੍ਹਾਂ ਨੂੰ ਨਿਹੰਗ ਸਿੰਘ ਕਹਿੰਦੇ ਹਰਨੀਆਂ। ਪਤਾ ਉਹ ਕੀ ਕਹਿੰਦੇ? ਜੂਆਂ ਨਹੀਂ ਕਹਿੰਦੇ। ਜਿਹਦੇ ਜੂਆਂ ਪੈ ਜਾਣ ਨਾ, ਕਹਿੰਦੇ ਹਰਨੀਆਂ ਦੀ ਘੋੜ ਦੌੜ ਹੋ ਰਹੀ ਹੈ। ਸਿੰਘਾਂ ਦੇ ਬੋਲੇ ਤੇ ਉਹਨਾਂ ਦਾ ਫਾਰਮੂਲਾ ਵੀ ਬਹੁਤ ਸੋਹਣਾ। ਇੱਕ ਜੇ ਚੋਲੇ 'ਚ ਪੈ ਜਾਣ ਨਾ ਹਰਨੀਆਂ, ਹੋ ਜਾਣੀਆਂ। ਸੁੱਖ ਨਾਲ ਕਿਹੜਾ 15 ਦਿਨ ਨਹਾਉਣਾ ਹੈ, ਅੱਜ ਕੇ ਆਖੋ ਸਤ ਨੇ ਸੁਖ ਲਾਣ ਛਕਿਆ ਤੇ ਬਸ ਆਨੰਦ। ਜੇ ਚੋਲੇ 'ਚ ਹੋ ਜਾਣ ਨਾ ਹਰਨੀਆਂ, ਧੋਂਦੇ ਨਹੀਂ। ਕਹਿੰਦੇ ਚੋਲੇ ਦੀ ਛਾਉਣੀ ਬਦਲ ਲੈ, ਬਾਹਰਲੇ ਪਾਸੇ ਆ ਜਾਣਗੀਆਂ, ਅੱਜ ਕੇ ਆਖੋ ਸਤ। ਉਹਨੂੰ ਛਾਉਣੀ ਬਦਲਣਾ ਕਹਿੰਦੇ। ਇਹ ਆਪਣੇ ਘਰਾਂ ਦੀਆਂ ਗੱਲਾਂ ਨੇ। ਸਾਡੇ ਤਾਂ ਦਲ ਆਉਂਦਾ ਰਿਹਾ ਬਹੁਤ ਵੱਡਾ, ਬਾਬਾ ਚੇਤ ਸਿੰਘ ਜੀ ਮਹਾਰਾਜ, ਸੰਤਾ ਸਿੰਘ ਤੋਂ ਪਹਿਲਾਂ ਜਿਹੜੇ ਜਥੇਦਾਰ ਹੁੰਦੇ ਸੀ, ਬਹੁਤ ਕਰਨੀ ਵਾਲੇ ਮਹਾਂਪੁਰਸ਼। ਨਿਹੰਗ ਸਿੰਘਾਂ ਦੇ ਬੁੱਢਾ ਦਲ ਦੇ ਜਥੇਦਾਰ ਗਿਆਨੀ ਚੇਤ ਸਿੰਘ ਜੀ, ਸਿਰੇ ਹੀ ਬਿਰਤੀ ਸੀ। ਭਾਈ ਜੋਗਿੰਦਰ ਸਿੰਘ ਜੀ ਜਾਣਦੇ ਹੁਣ, ਇਹਨਾਂ ਨੇ ਦਰਸ਼ਨ ਕੀਤੇ ਹੋ। ਬਚਨ ਜੋ ਮੂੰਹ ਤੋਂ ਕਰਤਾ ਹੋ ਗਿਆ। ਆਪਣੇ ਜਥੇ ਵਿੱਚ ਗਲਤ ਬੰਦੇ ਨੂੰ ਰਹਿਣ ਨਹੀਂ ਸੀ ਦਿੰਦੇ। ਸਿਮਰਨ ਵਾਲੀ ਆਤਮਾ ਸੀ। ਸੰਤਾ ਸਿੰਘ ਤੋਂ ਪਹਿਲਾਂ ਸੀ ਜਿਹੜੇ ਜਥੇਦਾਰ, ਜੋ ਬਚਨ ਕਰਦਾ। ਉਹਨਾਂ ਦੇ ਕੋਲ ਇੱਕ ਕੁੱਤਾ ਹੁੰਦਾ ਸੀ, ਜਰਮਨ ਸ਼ੈਫਰਡ, ਬਹੁਤ ਵੱਡਾ, ਤਕੜਾ ਬਹੁਤ ਸੀ। ਤਕੜਾ ਤਾਂ ਤੁਹਾਨੂੰ ਪਤਾ ਹੀ ਹੈ ਵੀ ਕਾਹਤੇ ਹੋਇਆ ਹੋਣਾ। ਰੋਜ਼ ਛਕਣ ਨੂੰ ਮਾਲ ਮਿਲਦਾ ਤਾਂ ਕੋਈ ਸਤਨਾਮ, ਕਿਉਂਕਿ ਨਿਹੰਗ ਸਿੰਘ ਵੀ ਚਟੰਗੇ ਝੜਕਦੇ ਤੇ ਉਹਨੂੰ ਵੀ ਮਿਲਦਾ ਸੀ ਰੋਜ਼। ਉਹਦਾ ਨਾਂ ਸੀ ਪ੍ਰੇਮਾ। ਕਿਸੇ ਦੇ ਕਹਿਣ ਦੀ ਗੱਲ ਨਹੀਂ, ਅੱਖੀਂ ਦੇਖਣ ਦੀ ਗੱਲ। ਉਹ ਬਾਬਾ ਚੇਤ ਸਿੰਘ ਜੀ ਦੀ ਜੀਪ 'ਚ ਬੈਠਦਾ ਸੀ, ਪਲੰਗ ਦੇ ਹੇਠੇ ਰਹਿੰਦਾ ਸੀ। ਕਿੱਡੀ ਉੱਚੀ ਬਿਰਤੀ ਹੋਵੇਗੀ। ਜਿੱਦਣ ਚੜ੍ਹਾਈ ਕਰ ਗਏ ਨਾ, ਸੰਸਕਾਰ ਕਰਨ ਗਏ, ਨਾਲ ਗਿਆ ਸੰਗਤ ਦੇ ਪ੍ਰੇਮਾ ਕੁੱਤਾ। ਜਦ ਸੋਹਲੇ ਸਾਹਿਬ ਦਾ ਪਾਠ ਅੰਗੀਠਾ ਚੱਲ ਪਏ ਨਾ, ਸੰਗਤ ਸੋਹਲਾ ਪੜਨ ਲੱਗੀ, ਅੰਗੀਠੇ ਦੇ ਵਿੱਚ ਛਾਲ ਮਾਰ ਕੇ ਨਾਲੇ ਚਲਿਆ ਗਿਆ। ਅੱਜ ਕੇ ਆਖੋ ਕੋਈ ਕਰਨੀ ਸੀ ਉਹਨਾਂ ਮਹਾਂਪੁਰਸ਼ਾਂ ਦੀ, ਕਰਨੀ ਸੀ। ਉਹ ਨਿਹੰਗ ਸਿੰਘ ਇਹਨਾਂ ਨੂੰ ਹਰਨੀਆਂ। ਆਓ ਆਪਣੀ ਵਿਚਾਰ ਤੇ। ਘੋੜ ਦੌੜ ਕਹਿੰਦੇ ਨੱਠੀਆਂ ਭੱਜੀਆਂ ਫਿਰਦੀਆਂ। ਇਹ ਸ਼ਬਦ ਕਿਉਂ ਵਰਦੇ ਤੇ ਨਿਹੰਗ ਸਿੰਘ ਪਤਾ ਤੁਹਾਨੂੰ? ਕਿਸੇ ਨੂੰ ਪਤਾ ਕੀ ਲੱਗ ਜਾਵੇ ਵੀ ਜੂਆਂ ਪਈਆਂ ਹੋਈਆਂ, ਅੱਜ ਕੇ ਆਖੋ ਸਤਨਾਮ। ਇਹ ਕੋਡ ਵਰਡ ਸੀ ਉਹਨਾਂ ਦੇ। ਕੋਡ ਫੌਜੀ ਬੈਠੇ ਹੋਣੇ ਤੁਹਾਡੇ ਵਿੱਚ, ਫੌਜੀਆਂ ਦੇ ਕੋਡ ਵਰਡ ਹੋਣੇ, ਜਿਹੜਾ ਜੋ ਦੂਸਰਾ ਦੁਸ਼ਮਣ ਸਮਝ ਨਹੀਂ ਸਮਝਦਾ। ਮੈਂ ਬੋਲਾਂ ਥੋੜੇ ਜੇ, ਕੋਈ ਫੌਜੀ ਸਮਝਿਓ। ਅਲਫਾ, ਬੈਲਟਾ, ਡੈਲਟਾ, ਚਾਰਲੀ, ਇਹ ਵਾਇਰਲੈਸ ਹੈ ਫੌਜੀਆਂ ਦੀ। ਫੌਜੀ ਉਹ ਸਮਝੂ ਕੀ ਕਹਿ ਰਹੇ। ਇਹ ਸਿੰਘਾਂ ਦੇ ਜਿਹੜੇ ਬਚਨ ਸੀ ਨਾ ਜੰਗਾਂ ਵਿੱਚ, ਇਹ ਕਿਉਂ ਯੂਜ਼ ਕਰਦੇ ਸੀ? ਦੁਸ਼ਮਣ ਸਮਝ ਨਾ ਸਕੇ, ਆਪਣਾ ਸਿੰਘ ਸਮਝੇ। ਜਿਹਨੂੰ ਤੁਸੀਂ ਅੱਜ ਨਿਹੰਗਾਂ ਦੇ ਬੋਲੇ ਕਹਿੰਦੇ, ਖਾਲਸੇ ਦੇ ਬੋਲੇ ਨੇ। ਕਿਸੇ ਦੀ ਲੱਤ ਟੁੱਟ ਗਈ, ਉਹਨੂੰ ਲੰਗੜਾ ਥੋੜੋ ਕਹਿੰਦੇ, ਕਹਿੰਦੇ ਸੁਚਾਲਾ ਸੂ ਹੋ ਗਿਆ, ਇਹਦੀ ਚਾਲ ਵਧੀਆ ਬਣ ਗਈ। ਕਿਸੇ ਦੇ ਸਿਰ ਵਿੱਚ ਗੰਜ ਪੈ ਗਿਆ ਨਾ, ਗੰਜਾ ਥੋੜੋ ਕਹਿਣਾ, ਕਹਿੰਦੇ ਕਲੰਗਾ ਸਿੰਘ ਬਣ ਗਿਆ। ਗੰਜੇ ਕੋ ਕਲੰਗਾ ਸਿੰਘ ਭਾਖੈ, ਲੰਗੜੇ ਕੋ ਸੋਲਾ ਖਾਓ ਆਖੈ। ਜੇ ਕਿਤੇ ਦਾਲ ਸਬਜ਼ੀ ਨਹੀਂ ਬਣੀ ਨਾ, ਕਹਿੰਦੇ ਗਠੇ ਲਿਆਓ। ਗਠੇ ਥੋੜੋ ਕਹਿਣੇ, ਲੋਕਾਂ ਨੂੰ ਪਤਾ ਲੱਗ ਜੂ ਗਠਿਆਂ ਨਾਲ ਰੋਟੀ ਖਾਣੇ। ਗੰਡੇ ਕੋ ਰੂਪਾ ਸਿੰਘ ਆਖੈ, ਉਹ ਰੂਪੇ ਸਿੰਘ ਵਰਤਾ ਦੋ ਲੰਗਰ ਛਕੀਏ। ਕਿਆ ਪਤਾ ਲੱਗਿਆ ਕਿਸੇ ਨੂੰ ਗਠੇ ਖਾਣੇ? ਜੇ ਕਿਤੇ ਮੋਰਚਾ ਪਟਣਾ ਤੇ ਜੇ ਕਹੀ ਕਹਿਤੀ ਫਿਰ ਤਾਂ ਸਭ ਨੂੰ ਪਤਾ ਲੱਗ ਜੂ। ਕਹਿੰਦੇ ਸਿੰਘੋ ਪਤਾਲਪੁਰੀ ਲਿਆਓ। ਕਹੀ ਦਾ ਨਾਂ ਪਤਾਲਪੁਰੀ ਹੈ ਖਾਲਸੇ ਦੇ ਬਚਨਾਂ ਵਿੱਚ। ਕੀ ਪਤਾ ਅਗਲਾ ਕੀ ਹੈ? ਜੇ ਦਾਤਣਾ ਤੋੜਨੀ ਹੈ, ਦਾਤਣਾ ਥੋੜੋ ਕਹਿਣਾ, ਉਹ ਸਿੰਘਾ ਮੁੱਖ ਮਾਂਜਣੇ ਤੋੜ ਕੇ ਲਿਆ ਜਿਹੜੇ ਮੁੱਖ ਨੂੰ। ਜੇ ਕਣਕ ਦੀਆਂ ਰੋਟੀਆਂ ਪਕਾਉਣੀਆਂ, ਕਣਕ ਥੋੜੋ ਕਹਿਣੀ ਅੱਜ ਰੂਪ ਗੁਰ ਵਰਤੂਗੀ। ਜੇ ਮੱਕੀ ਦੀਆਂ ਪਕਾਉਣੀਆਂ, ਅੱਜ ਬਸੰਤ ਗੁਰ ਵਰਤੂਗੀ। ਜੇ ਲਾਲਟਨ ਲਿਆਉਣੀ ਹੈ, ਜਾ ਕੇ ਚਾਨਣ ਗੁਰ ਨੂੰ ਲਿਆਓ। ਪਤਾ ਕਿਸੇ ਨੂੰ ਕੀ ਲੱਗ ਜਾਵੇ ਕੀ ਬੋਲਦੇ ਨੇ ਸਿੰਘ। ਇਹ ਫੌਜੀਆਂ ਦੇ ਕੋਡ ਵਰਡ ਸੀ। ਹੁਣ ਤਾਂ ਜੋ ਬੋਲਦੇ ਜਿਹੜੇ ਸਭ, ਤਾਂ ਹੀ ਫੌਜੀਆਂ ਦੇ ਆਪਣੇ ਲਫ਼ਜ਼ ਹੁੰਦੇ ਨੇ ਵਾਇਰਲੈਸ ਤੇ। ਉਹ ਸਿੰਘ ਇਹ ਕਿੱਥੋਂ ਪੈਦੀਆਂ ਹੁੰਦੀਆਂ? ਸੇਤ, ਪਹਿਲੀ ਜੂਨੀ ਆਂਡਿਆਂ ਤੋਂ, ਦੂਜੀ ਮਾਸ ਤੋਂ,
ਤੀਜੀ ਸੇਤ ਪਸੀਨੇ ਤੋਂ, ਚੌਥੀ ਊਤ ਭੁਜ। ਅੰਡਜ ਜੇਰਜ ਸੇਤਜ ਉਤ ਭੁਜ, ਤੀਰੇ ਕੀਤੇ ਜੰਤਾ। ਚਾਰ ਖਾਣੀਆਂ ਚਾਰੇ ਬਾਣੀਆਂ। ਉਤ ਭੁਜ ਦਾ ਕੀ ਅਰਥ ਹੈ ਪ੍ਰੇਮੀਓ? ਉਤ ਉੱਪਰ, ਭੁਜ ਬਾਹ। ਭੁਜਾਂ ਬਾਹਾਂ ਨੂੰ ਕਹਿੰਦੇ ਨਾ, ਉਤ ਕਹਿੰਦੇ ਉੱਪਰ ਨੂੰ। ਜਿਹੜਾ ਵੀ ਬੀਜ ਬੀਜੋਗੇ ਉੱਪਰ ਨੂੰ ਬਾਹਾਂ ਚੱਕੂਗਾ, ਉਹਨੂੰ ਉਤ ਭੁਜ ਕਹਿੰਦੇ ਆ। ਅੱਜ ਕੇ ਆਖੋ ਸਤ। ਹਰ ਗੱਲ ਵਿੱਚ ਕੁਝ ਭੇਦ ਹੁੰਦਾ ਹੈ। ਭੇਦ ਸਮਝੇ ਬਿਨਾ ਕੱਖ ਵੀ ਪਤਾ ਨਹੀਂ। ਭੇਦ ਨਾ ਆਇਆ, ਰਿਸ਼ਤੇਦਾਰ ਇਹ ਖਤਰਾ ਖੜਾ ਕਰ ਦੂਗਾ। ਅੱਜ ਕੇ ਆਖੋ ਸਤ। ਮਿੱਤਰ ਹੀ ਮਾਰ ਜੂਗਾ। ਬਾਣੀ ਦਾ ਵੀ ਭੇਦ ਲਾਓ। ਭੇਦ ਇਹ ਜਿਹੜੀ ਧਰਤੀ ਹੈ, ਇਹਦੇ ਵਿੱਚ ਊਤ ਭੁਜ। ਕਣਕ ਬੀਜੋ, ਮੱਕੀ ਬੀਜੋ, ਸੇਬ ਲਾਓ, ਅੰਬ ਲਾਓ, ਅੰਗੂਰ ਲਾਓ, ਅਨਾਰ ਲਾਓ, ਅਮਰੂਦ ਲਾਓ। ਇਹ ਊਤ ਭੁਜ ਹੈ ਇਸ ਧਰਤੀ ਵਿੱਚ। ਹੁੰਦੀਆਂ ਫਸਲਾਂ ਥੋੜੇ ਬਥੇਰੀਆਂ, ਇੱਥੇ ਆਪਾਂ ਬੀਜਦੇ ਹੀ ਰਹੇ ਹਾਂ। ਪਰ ਜਿਹੜੀ ਸਰੀਰ ਰੂਪੀ ਧਰਤੀ ਹੈ, ਉਹਦੇ ਵਿੱਚ ਕਣਕ ਨਹੀਂ ਬੀਜ ਹੋਣੀ, ਕਮਾਦ ਨਹੀਂ ਲੱਗਣਾ, ਮੂੰਜੀ ਨਹੀਂ ਲੱਗਣੀ, ਇਹਦੇ ਵਿੱਚ ਅੰਬ ਦੇ ਬੂਟੇ ਨਹੀਂ ਲਾਉਂਗੇ। ਯਾਦ ਰੱਖਿਓ, ਸਰੀਰ ਧਰਤੀ ਵਿੱਚ ਕਰਮ ਬੀਜੇ ਜਾਣੇ। ਅੱਜ ਕੇ ਆਖੋ ਸਤ। ਇਹ ਕਰਮ ਬੀਜਣ ਦਾ ਖੇਤ ਹੈ। ਮੈਂ ਤਾਂ ਨਹੀਂ ਕਹਿੰਦਾ ਜਿਹਾ ਬੀਜੈ ਸੋਲਣੇ, ਕਰਮਾ ਸੰਦੜਾ ਖੇਤ। ਬਾਰਮ ਪੜ ਕੇ ਤੁਕ ਲੰਘ ਜਾਣੇ ਹੋ, ਕਰਮਾ ਸੰਦੜਾ ਖੇਤ ਹੁੰਦਾ। ਫਿਰ ਸ਼੍ਰੀ ਰਾਗ ਪੜੋ, ਇਹੋ ਤਨ ਧਰਤੀ ਬੀਜ ਕਰਮਾ ਕਰੋ, ਸਲਲ ਅਪਾਓ ਸਾਰੰਗ ਪਾਣੀ। ਇਹ ਜਿਹੜਾ ਖੇਤ ਤੁਹਾਨੂੰ ਸਰੀਰ ਦਿੱਤਾ ਹੈ, ਇਹ ਵਾਹਿਗੁਰੂ ਨੇ ਇੱਕ ਧਰਤੀ ਦਿੱਤੀ ਹੈ। ਇਹ ਧਰਤੀ ਦਿੱਤੀ ਹੈ ਅੰਨ ਪੈਦਾ ਕਰਨ ਨੂੰ, ਬੀਜ ਬੀਜਣ ਨੂੰ। ਸਰੀਰ ਧਰਤੀ ਦਿੱਤੀ ਹੈ ਕਰਮ ਬੀਜਣ ਨੂੰ। ਕਰਮ ਭੂਮ ਮੈਂ ਬੋ ਨਾਮ। ਇਹ ਕਰਮ ਬੀਜਣ ਦੀ ਧਰਤੀ ਹੈ। ਤੇ ਇਹਨੂੰ ਧਰਤੀ ਕਿਉਂ ਕਿਹਾ ਤੁਹਾਡੇ ਸਰੀਰ ਨੂੰ? 100% ਸਾਇੰਟਿਫਿਕ ਚੀਜ਼ ਹੈ। ਇਹ ਜਿਹੜੀ ਧਰਤੀ ਹੈ ਪ੍ਰਿਥਵੀ, ਚਾਹੇ ਇੰਗਲੈਂਡ, ਅਮਰੀਕਾ, ਕੈਨੇਡਾ, ਫਰਾਂਸ, ਆਸਟ੍ਰੇਲੀਆ, ਇੰਡੀਆ, ਜਾਪਾਨ, ਕੁਝ ਵੀ ਮੁਲਕ ਹੈ, ਜਿਹੜੀ ਸਾਰੀ ਧਰਤੀ ਹੈ ਨਾ ਪ੍ਰੇਮੀਓ, ਇਸ ਧਰਤੀ ਤੇ 60% ਪਾਣੀ ਹੈ ਤੇ 40% ਖੁਸ਼ਕੀ ਹੈ। ਪੜ੍ਹੇ ਲਿਖੇ ਬੈਠੇ ਹੋ। ਸਾਰੀ ਬ੍ਰਹਿਮੰਡ ਵਿੱਚ 60% ਪਾਣੀ ਹੈ, 40% ਖੁਸ਼ਕੀ। ਇਹਨੂੰ ਕਹਿ ਲੋ 3 ਹਿੱਸੇ ਪਾਣੀ ਹੈ ਤੇ 2 ਹਿੱਸੇ ਖੁਸ਼ਕੀ ਹੈ। ਆ ਜਿਹੜੀ ਧਰਤੀ ਜਿੱਤੇ ਬੈਠੇ ਆਪਾਂ, ਪਾਣੀ 3 ਹਿੱਸੇ ਹੈ, ਖੁਸ਼ਕੀ 2 ਹਿੱਸੇ। ਹੁਣ ਤੁਹਾਡੇ ਸਰੀਰ ਨੂੰ ਧਰਤੀ ਕਿਹਾ। ਡਾਕਟਰ ਸਾਹਿਬ ਆਉਨੇ, ਅਮਨ ਸਾਹਿਬ ਕਰਦੇ ਰਹੇ ਨੇ, ਆ ਬੈਠੇ ਆ ਗੱਜਣ ਸੂਰਾ, ਇੰਟਰਵਿਊ ਕਰਾਉਂਦੇ ਰਹੇ ਨੇ ਤੁਹਾਡੇ ਨਾਲ। ਕਿਸੇ ਡਾਕਟਰ ਤੋਂ ਪੁੱਛ ਕੇ ਦੇਖਿਓ, ਆ ਜਿਹੜਾ ਸਰੀਰ ਹੈ ਨਾ, ਇਹਦੇ ਵਿੱਚ ਵੀ 3 ਹਿੱਸੇ ਪਾਣੀ ਹੈ ਤੇ 2 ਹਿੱਸੇ ਖੁਸ਼ਕੀ ਹੈ। ਸੇਮ ਰੇਸ਼ੋ ਧਰਤੀ ਦੀ ਤੇ ਸਰੀਰ ਦੀ। 60% ਸਾਡੀ ਬੋਡੀ ਵਿੱਚ ਪਾਣੀ ਹੈ, ਵਾਟਰ, ਤੇ 40% ਸਾਡੀ ਬੋਡੀ ਖੁਸ਼ਕ ਰਹਿਣੀ ਚਾਹੀਦੀ। ਜੇ ਪਾਣੀ ਘਟ ਜਾਵੇ, ਡੀਹਾਈਡਰੇਸ਼ਨ ਮੌਤ ਦਾ ਵੀ ਕਾਰਨ ਬਣ ਜਾਂਦਾ ਹੈ। ਅੱਜ ਕੇ ਆਖੋ ਸਤ। ਜਿਸ ਰੇਸ਼ੋ ਨਾਲ ਇਹ ਧਰਤੀ ਬਣਾਈ ਹੈ, ਉਸੇ ਰੇਸ਼ੋ ਨਾਲ ਤੇਰਾ ਸਰੀਰ ਬਣਾਇਆ। ਮਹਾਰਾਜ ਨੇ ਇਸ ਸਰੀਰ ਨੂੰ ਗੌੜੀ ਰਾਗ ਵਿੱਚ ਲਿਖਿਆ, ਇਹ ਹਰ ਪ੍ਰਭ ਕਾ ਸਭ ਖੇਤ ਹੈ। ਕੈਸੇ ਬਚਨ? ਇਹਨੂੰ ਬੋਡੀਆਂ ਨਾ ਕਹੋ, ਸਰੀਰ ਨਾ ਕਹੋ। ਇਹ ਸਾਰੇ ਸਰੀਰ ਰੱਬ ਦਾ ਖੇਤ ਬਣਾਏ ਹੋਏ। ਖੇਤ ਕਿਉਂ ਬਣਾਏ? ਤੁਹਾਡੇ ਕੋਲ 50 ਕਿੱਲੇ 20 ਕਿੱਲੇ ਜ਼ਮੀਨ ਹੈ ਫਗਵਾੜੇ, ਉਹਦੇ ਵਿੱਚ ਵੀ ਖੇਤ ਬਣਾਉਣੇ ਪੈਣਗੇ। ਅੱਜ ਕੇ ਆਖੋ ਸਤ। 50 ਕਿੱਲੇ ਇਕੱਠੇ ਹੀ ਥੋੜਾ ਜਿਹੀ ਲਾ ਦੋਗੇ, ਵੱਟਾਂ ਪਾਉਣੀਆਂ ਪੈਣਗੀਆਂ। ਸਖਾਲਾ ਹੋ ਜਾਂਦਾ ਸਿੰਜਣਾ, ਬੀਜਣਾ, ਵੱਢਣਾ, ਕਿ ਇੱਕ ਹੱਦਬੰਦੀ ਦਾ ਪਤਾ ਲੱਗ ਜਾਂਦਾ। ਇਹ ਹੈ ਵਾਹਿਗੁਰੂ ਦੀ ਧਰਤੀ, ਸਾਡੇ ਸਰੀਰ ਰੂਪੀ ਵੰਡ ਕਰਕੇ ਖੇਤ। ਕਈ ਛੋਟੇ ਖੇਤ ਹੋਣੇ, ਕਈ ਵੱਡੇ ਹੋਣੇ। ਰੱਬ ਨੇ ਵੀ ਕਈ ਹਾਥੀ ਬਣਾਏ, ਕਈ ਕੀੜੀਆਂ ਬਣਾਏ ਹੈ। ਅੱਜ ਕੇ ਆਖੋ ਸਤਿਨਾਮ।
ਖੇਤ ਇੱਕ ਜਿਹੇ ਨਹੀਂ ਹੁੰਦੇ, ਤੁਹਾਨੂੰ ਪਤਾ ਹੀ ਹੈ, ਛੋਟੇ ਵੱਡੇ ਹੁੰਦੇ। ਕੀਲੇ ਵੀ ਛੋਟੇ ਵੱਡੇ ਨੇ, ਕਿਤੇ 5.5 ਦਾ, ਕਿਤੇ 6.25 ਦਾ, ਕਿਤੇ 4 ਵਿਗੇ ਦਾ ਹੀ ਰਹਿ ਗਿਆ। ਇਹ ਜੋ ਸਰੀਰ ਹੈ ਤੁਹਾਡਾ, ਇਹ ਹਰ ਪ੍ਰਭ ਕਾ ਸਭ ਖੇਤ ਹੈ। ਫਿਰ ਖੇਤ ਵਿੱਚ ਕਿਰਸਾਨ ਚਾਹੀਦਾ। ਕਿਰਸਾਨ ਕੌਣ ਹੈ? ਹਰ ਆਪ ਕਿਰਸਾਨੀ ਲਾਇਆ। ਤੇਰੇ ਮਨ ਨੂੰ ਵਿੱਚ ਖੇਤੀ ਕਰਨ ਵਾਸਤੇ ਕਿਰਸਾਨ ਭੇਜ ਦਿੱਤਾ। ਤਨ ਰੂਪੀ ਖੇਤ ਹੈ, ਮਨ ਰੂਪੀ ਕਿਰਸਾਨ। ਹੋਰ ਪੜ੍ਹ ਲੋ, ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ। ਸਰੀਰ ਰੂਪੀ ਖੇਤ, ਮਨ ਕਿਰਸਾਨ ਹੈ। ਮਹਾਰਾਜ ਕਹਿੰਦੇ ਹਰ ਪ੍ਰਭ ਕਾ ਸਭ ਖੇਤ ਹੈ। ਹਰ ਆਪ ਕਿਰਸਾਨੀ ਲਾਇਆ। 2 ਹਿੱਸਿਆਂ ਵਿੱਚ ਵੰਡ ਹੋ ਗਏ ਆਪਾਂ ਹੁਣ। 2 ਹਿੱਸਿਆਂ ਵਿੱਚ ਇੱਕ ਖੇਤ ਨੂੰ ਮਾਲਕ ਨੇ ਸਵਾਰ ਲਿਆ, ਪੱਧਰਾ ਕਰ ਲਿਆ, ਸਬਜ਼ ਬਣਾ ਲਿਆ। ਅੰਗੂਰਾਂ ਦੀਆਂ ਬੇਲਾਂ ਲੱਗ ਗਈਆਂ, ਅੰਬ ਲੱਗ ਗਏ, ਅਮਰੂਦ ਲੱਗ ਗਏ, ਲੀਚੀਆਂ ਲੱਗ ਗਈਆਂ, ਗੁਲਾਬ ਦੇ ਫੁੱਲ ਖਿੜ ਗਏ। ਸਵਾਰ ਲਿਆ ਨਾ ਖੇਤ। ਇੱਕ ਮੇਰੇ ਵਰਗੇ ਹੁੰਦੇ ਨੇ, ਬੰਜਰ ਬਣਾ ਲੈਂਦੇ ਨੇ। ਅੱਜ ਕੇ ਆਖੋ ਸਤਿਨਾਮ। ਇਹ ਖੇਤ ਸਵਾਰ ਲੋਗੇ। ਅਗਲੀ ਤੁਕ ਸੁਣ ਲੋ, ਇਹ ਹਰ ਪ੍ਰਭ ਕਾ ਸਭ ਖੇਤ ਹੈ। ਹਰ ਆਪ ਕਿਰਸਾਨੀ ਲਾਇਆ, ਗੁਰਮੁਖ ਬਖਸ਼ ਜਮਾਏ, ਅਨ ਮਨ ਮੁਖੀ ਮੂਲ ਗਵਾਇਆ। 2 ਹਿੱਸਿਆਂ ਵਿੱਚ ਤੁਸੀਂ ਪਲਾਟ ਲਏ ਵੇ ਹੁਣੇ ਜਲੰਧਰ, ਹੁਸ਼ਿਆਰਪੁਰ, ਇੱਥੇ ਰਹਿੰਦੇ ਹੋ ਤੁਸੀਂ। ਜਲੰਧਰ ਹੁਸ਼ਿਆਰਪੁਰ ਦੇ ਜਾਂਦੇ ਹੋ, ਪਲਾਟ ਲੈ ਲੈਣੇ ਤੁਸੀਂ। 2 ਪਲਾਟ ਲੈ ਲਏ ਭਾਈਆਂ ਨੇ। ਇੱਕ ਨੇ ਤਾਂ ਕੋਠੀ ਬਣਾ ਲਈ, ਸਵਾਰ ਲਿਆ। ਇੱਕ ਦਾ ਉਦਾਂ ਹੀ ਬਗਲ ਪਿਆ। ਫਰਕ ਕੀ ਹੋਇਆ? ਜਿਹੜੀ ਤਾਂ ਕੋਠੀ ਬਣ ਗਈ, ਲੋਕ ਖੜ ਖੜ ਕੇ ਦੇਖਣਗੇ। ਜਿਹੜਾ ਖਾਲੀ ਪਿਆ, ਸਾਰੇ ਮਹੱਲਿਆਂ ਦੇ ਨੇ ਉੱਥੇ ਕੂੜਾ ਗੇਰਨਾ ਸ਼ੁਰੂ ਕਰ ਦੇਣਾ। ਅੱਜ ਕੇ ਕੋ ਸਤਨਾਮ। ਤੇਰੇ ਜਾਂਦੇ ਨੂੰ 4 ਟਰੱਕ ਦਾ ਇਕੱਠਾ ਹੋਇਆ ਪਊਗਾ, ਚਕਾ ਲਈ ਤੂੰ ਗਾਰਬੇਜ ਵਾਲੇ। ਇਹੀ ਹਾਲ ਆਪਣੇ। ਇਸ ਕੋਠੀ ਨੂੰ ਸ਼ਿੰਗਾਰ ਲੋ ਗੁਰੂ ਦੇ ਸ਼ਬਦਾਂ ਨਾਲ। ਜਿਨ੍ਹਾਂ ਨੇ ਸ਼ਿੰਗਾਰ ਲੀਆਂ, ਲੋਕ ਦਰਸ਼ਨ ਕਰਨ ਆਉਂਦੇ ਨੇ। ਅੱਜ ਕੇ ਆਖੋ ਸਤ। ਚਲੋ ਫਲਾਣੇ ਗੁਰਸਿੱਖ ਮਹਾਂਪੁਰ ਦੇ ਦਰਸ਼ਨ ਕਰਕੇ ਆਈਏ। ਕੋਠੀ ਹੋਈ ਹੈ, ਪਲਾਟ ਹੋਈ ਹੈ, ਸ਼ਿੰਗਾਰ ਲਿਆ। ਪਰ ਜਿਨ੍ਹਾਂ ਨੇ ਵਿਗਾੜ ਲਿਆ, ਇਹਨੂੰ ਸ਼ਿੰਗਾਰਿਆ ਨਹੀਂ। ਰਿਸ਼ਤੇਦਾਰ ਵੀ ਉਹ ਤੋਂ ਪਰੇ ਹੀ ਰਹਿਣਾ ਚਾਹੁੰਦੇ ਹੈ। ਅੱਜ ਕੇ ਆਖੋ ਸਤ। ਮਿੱਤਰ ਵੀ ਕਹਿਣਗੇ ਤੋਂ ਪਰੇ ਹੀ ਰਹੋ। ਕੰਡੇ ਨੇ ਵਿੱਚ ਗੰਦ ਦਾ ਢੇਰ ਪਿਆ। ਇਹ ਖੇਤ ਹੈ, ਸੱਤੋ ਖੇਤ ਜਮਾਇਓ, ਸੱਤੋ ਛਾਵਣ। ਮੇਰੇ ਸਤਿਗੁਰਾਂ ਨੇ ਘੋੜਾ, ਤਣਖ, ਤੀਰ, ਉੱਚਾ ਆਚਰਣ, ਇਹਨਾਂ ਨਾਲ ਇਹ ਕੱਢੇ ਵੀ ਸਰੀਰ ਵਿੱਚੋਂ, ਤੇ ਇਹਨਾਂ ਵਿੱਚ ਬੀਜਣਾ ਵੀ ਕੀ ਹੈ? ਗੁਰਮੁਖੋ, ਤੁਸੀਂ ਕਹਿੰਦੇ ਹੋ ਜ਼ਮੀਨ ਮਹਿੰਗੀ ਹੋ ਗਈ, ਜਲੰਧਰ ਪਲਾਟ ਮਹਿੰਗੇ ਹੋ ਗਏ, ਲੁਧਿਆਣੇ ਕੀਲੇ ਮਹਿੰਗੇ ਹੋ ਗਏ। ਠੀਕ ਹੈ, 80 ਕਰੋੜ ਤੱਕ ਦਾ ਕੀਲਾ ਲੁਧਿਆਣੇ ਵਿਕਦਾ। 80 ਕਰੋੜ ਦਾ ਇੱਕ ਕੀਲਾ ਵਿਕਦਾ ਹੈ ਜਲੰਧਰ। ਪਰ ਕਦੇ ਧਿਆਨ ਹੀ ਨਹੀਂ ਦਿੱਤਾ ਕਿ ਜਿਹੜਾ ਤੈਨੂੰ ਪਲਾਟ ਦਿੱਤਾ ਹੈ 6 ਫੁੱਟ ਦਾ, ਇਹਦੀ ਕਿੰਨੀ ਕੁ ਕੀਮਤ ਹੈ? ਅੱਜ ਕੇ ਆਖੋ ਸਤ। ਦਿੱਤਾ ਕਦੇ ਧਿਆਨ? ਕੀਲਿਆਂ ਦੀ ਕੀਮਤ, ਪਲਾਟਾਂ ਦੀ ਕੀਮਤ, ਗਜਾਂ ਦੀ ਕੀਮਤ ਮਿਣਦਾ ਫਿਰਦੇ। ਦੁਨੀਆ ਦੀ ਕੀਮਤ ਇਕੱਠੀ ਹੋ ਕੇ ਇੱਕ ਬੰਦੇ ਦਾ ਸਰੀਰ ਬਣਾ ਕੇ ਦਿਖਾਓ। ਤੁਹਾਨੂੰ ਪਤਾ ਹੀ ਹੈ, ਮੈਨੂੰ ਵੀ ਪਤਾ ਹੈ। ਵਰਲਡ ਲੈਵਲ ਦੇ 1 ਨੰਬਰ ਅਮੀਰ, ਜਿਨ੍ਹਾਂ ਨੂੰ ਪਤਾ ਹੀ ਨਹੀਂ ਧਨ ਦੌਲਤ ਕਿੰਨਾ ਹੈ, ਘਰ ਬੱਚਾ ਹੈ ਹੀ ਨਹੀਂ, ਹੈ ਹੀ ਨਹੀਂ ਬੱਚਾ। ਇੱਥੇ ਪਤਾ ਲੱਗਦਾ ਸਰੀਰ ਦੀ ਕੀ ਕੀਮਤ ਹੈ। ਤੁਸੀਂ ਨਾ ਮੰਨੋ, ਗਵਾਓ ਇਹਨੂੰ, ਕਰ ਲੋ ਕਾਕੰਡੇ, ਲਾ ਲੋ ਗੰਦ ਦਾ ਢੇਰ। ਇਹ ਤੋਂ ਕੀਮਤੀ ਸਰੀਰ ਨਹੀਂ ਲੱਭਣਾ ਕਿਤੇ ਖੇਤ। ਇਹਨੂੰ ਸੱਤੋ ਖੇਤ ਜਮਾਈਏ। ਇਹਨੂੰ ਸੱਚੀ ਸੁੱਚੀ ਕਿਰਤ, ਸੱਚੇ ਕਰਮ, ਸ਼ੁਭ ਜੀਵਨ ਦਾ ਬੀਜ ਪਾ ਕੇ ਇਹਨੂੰ ਜਮਾ ਲਓ, ਹਰਾ ਭਰਾ ਕਰ ਲਓ। ਤੁਹਾਨੂੰ ਬੇਨਤੀ ਹੈ, ਕਿਤੇ ਕੰਡਿਆਂ ਦੇ ਬੀਜ ਨਾ ਬੀਜ ਲਿਓ। ਅੱਜ ਕੇ ਆਖੋ ਸਤ।
ਸਤੋ ਛਾਵਾਨ। ਸਾਡੇ ਤੀਸਰੇ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਐਸਾ ਪ੍ਰਕਾਸ਼, ਐਸਾ ਗਿਆਨ ਸਿੱਖਾਂ ਨੂੰ ਦਿੱਤਾ, ਉਹਨਾਂ ਨੇ ਸਰੀਰ ਰੂਪੀ ਖੇਤ ਵਿੱਚ ਸੱਚ ਦੀ ਫਸਲ ਬੀਜਣੀ ਸ਼ੁਰੂ ਕਰ ਦਿੱਤੀ। ਸਤੋ ਕਹੀਏ ਸੱਤ ਤੋਂ, ਸੱਚ ਤੋਂ, ਸੱਚ ਦਾ ਬੀਜ। ਤੇ ਫੇ ਬੀਜੇ ਹੋਏ ਖੇਤ ਨੂੰ ਰਾਖੀ ਵੀ ਚਾਹੀਦੀ ਹੈ। ਛਾਵਾਨ ਰਾਖੀ, ਹਿਫਾਜ਼ਤ। ਸੱਚ ਦੇ ਖੇਤ ਨੂੰ ਰਾਖੀ ਵੀ ਸੱਚੇ ਕਰੂਗਾ। ਅੱਜ ਕੇ ਆਖੋ ਸਤ। ਐਸੀ ਬਖਸ਼ਿਸ਼ ਬਖਸ਼ਦੀ ਤੁਹਾਡੇ ਗੁਰੂ ਨੇ, ਐਸਾ ਗਿਆਨ ਦੇ ਦਿੱਤਾ। ਆਪਾਂ ਝਾਤੀ ਮਾਰਨੀ ਹੈ, ਮੈਂ ਵੀ, ਤੁਸੀਂ ਵੀ। ਮੈਨੂੰ ਸੰਤ ਕਹਿੰਦੇ ਹੋ, ਤੁਹਾਨੂੰ ਸਿੱਖ ਕਹਿੰਦੇ, ਖਾਲਸੇ ਕਹਿੰਦੇ, ਕਿਸੇ ਨੂੰ ਰਾਗੀ, ਕਿਸੇ ਨੂੰ ਗਿਆਨੀ। ਥੋੜੀ ਜਿਹੀ ਝਾਤੀ ਮਾਰ ਲਿਓ, ਇਸ ਪਲਾਟ ਵਿੱਚ ਅੱਜ ਤੱਕ ਕੀ ਬੀਜਿਆ? ਇਹਨੂੰ ਸਵਾਰਿਆ ਕਿ ਇਹਨੂੰ ਵਿਗਾੜਿਆ ਹੀ ਹੈ? ਅੱਜ ਕੇ ਆਖੋ ਸਤ। ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗੌੜੀ ਦੀ ਵਾਰ। ਇਹ ਖੇਤ ਦਿੱਤਾ ਤੈਨੂੰ ਸਰੀਰ, ਗੁਰਮੁਖ ਬਖਸ਼ ਜਮਾਇਨ। ਗੁਰੂ ਦੇ ਮੁਖ ਦੁਆਰਾ ਸੁਣ ਕੇ ਉਪਦੇਸ਼, ਗੁਰੂ ਦੇ ਲੜ ਲੱਗ ਕੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਹੋ ਗਈ। ਚੰਗੇ ਚੰਗੇ ਬੀਜ ਬੀਜ ਲਏ ਗੁਰਮੁਖਾਂ ਨੇ, ਬੀਜ ਬੀਜ ਲਏ। ਤੇ ਗੁਰਮੁਖ ਪਿਆਰਿਓ ਮੇਰੇ ਵਰਗੇ ਗੁਰਮੁਖ ਬਖਸ਼ ਜਮਾਇਨ। ਮਨਮੁਖ ਚੱਲੇ ਮੂਲ ਗਵਾਏ ਜੀ। ਜਿਹੜਾ ਪਿਛਲਾ ਧਨ ਖੱਟ ਕੇ ਲਿਆਂਦਾ ਸੀ, ਉਹ ਵੀ ਇੱਥੇ ਗਵਾ ਕੇ ਤੁਰ ਗਏ। ਅੱਜ ਕੇ ਆਖੋ ਸਤਿਨਾਮ। ਐਸਾ ਖੇਤ, ਐਸੇ ਬੀਜ ਬੀਜਣ ਨੂੰ ਸਾਨੂੰ ਕਿਹਾ ਹੈ। ਨਿਤ ਰਸੋਈ ਤੇਰੀ ਹੈ, ਕਿਉ ਮੈਦਾ ਖਾਣ। ਹੁਣ ਅਰਥ ਪਹਿਲਾਂ ਅਖਰੀ ਲੈ ਲਓ, ਮੈਂ 5 ਮਿੰਟ ਪਹਿਲਾਂ ਹੀ ਸਮਾਪਤੀ ਕਰ ਦੇਣੀ ਹੈ। ਅਖਰੀ ਅਰਥ, ਸ੍ਰੀ ਗੁਰੂ ਅਮਰਦਾਸ ਜੀ ਦੇ ਲੰਗਰ ਵਿੱਚ ਖੀਰ ਕੜਾਹ ਪੂਰੇ। ਨਿਤ ਰਸੋਈ ਤੇਰੀ ਹੈ, ਘਿਓ ਮੈਦਾ ਖੰਡ ਪਾਣੀਓ ਰਹਿ ਗਿਆ, ਕੜਾਹ ਪ੍ਰਸ਼ਾਦ ਇਸੇ ਦਾ ਬਣਦਾ ਹੈ। ਅੱਜ ਕੇ ਆਖੋ ਸਤਿਨਾਮ। ਉਹਦੇ ਵਿੱਚ ਕੀ ਹੁੰਦਾ ਹੈ? ਮੈਦਾ ਆਟਾ ਹੁੰਦਾ ਹੈ ਤੇ ਖੰਡ ਹੁੰਦੀ ਹੈ, ਪਾਣੀ ਤਾਂ ਹੁੰਦਾ ਹੀ ਹੁੰਦਾ। ਨਿਤ ਰਸੋਈ ਤੇਰੀ ਹੈ ਕਿ ਉਹ ਮੈਦਾ ਖਾ। ਫਿਰ ਗੰਭੀਰ ਸ਼ਬਦ ਹੈ, ਜਰਾ ਥੋੜਾ ਜਿਹਾ 2 ਮਿੰਟ ਧਿਆਨ ਦੇ ਦਿਓ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਇਸ ਜੀਵਨ ਵਿੱਚ ਖੇਤ ਵਿੱਚ ਸੱਚ ਦੇ ਬੀਜ ਬੀਜ ਲਏ, ਸੱਚ ਦੀ ਰਾਖੀ, ਸੱਚ ਦੀ ਰਾਖੀ ਸੱਚੇ ਕਰੂਗਾ। ਇਹਨੂੰ ਸਮਝਣ ਖਾਤਰ ਚਰਨੇ ਦੀ ਰਾਖੀ ਕਦੇ ਹਨੇਰਾ ਨਹੀਂ ਕਰ ਸਕਦਾ, ਚਰਨਾ ਹੀ ਕਰੂਗਾ। ਸੱਚ ਦੀ ਰਾਖੀ ਸੱਚੇ ਕਰੂਗਾ। ਇਹ ਬੀਜ ਲਿਆ ਜਿਨ੍ਹਾਂ ਗੁਰਮੁਖਾਂ ਨੇ, ਇਹ ਬੀਜ ਬੀਜ ਲਏ। ਸੱਚ ਦੀ ਖੇਤੀ ਬੀਜ ਲਈ 10 ਨਵਾਂ ਦੀ ਕਿਰਤ ਦੀ, ਤੇ ਸੱਚ ਦੀ ਉਹ ਰਾਖੀ। ਛਾਵਾਨ ਛਾਂ ਦੇ ਦਿੱਤੀ ਫਸਲ। ਫਿਰ ਬਾਹਰੋਂ ਖੰਡ ਲਿਆਉਣ ਦੀ ਲੋੜ ਨਹੀਂ, ਬਾਹਰਲੇ ਘੀ ਦੇ ਪੀਪਿਆਂ ਦੀ ਲੋੜ ਨਹੀਂ, ਬਾਹਰਲਾ ਆਟਾ ਮੈਦਾ ਲਿਆਉਣ ਦੀ ਲੋੜ ਨਹੀਂ। ਇਹ ਕੜਾਹ ਪ੍ਰਸ਼ਾਦ ਦੀ ਰਸਦ ਤੇਰੇ ਅੰਦਰੋਂ ਹੀ ਨਿਕਲਣੀ ਸ਼ੁਰੂ ਹੋ ਜਾਣੀ ਹੈ। ਅੱਜ ਕੇ ਆਖੋ ਸਤਿਨਾਮ। ਨਿਤ ਰਸੋਈਆਂ ਬੋਲੇਗਾ ਮਿੱਠਾ। ਗੁਰਮੁਖ ਪਿਆਰਿਓ, ਆਟੇ 'ਚ ਥੋੜਾ ਜਿਹਾ ਪਾਣੀ ਪਾਓ, ਨਰਮ ਹੋ ਗਿਆ। ਥੋੜੀ ਜੀ ਅੱਗ ਤੇ ਰੱਖੋ, ਪੱਕ ਗਿਆ। ਅੰਦਰ ਖੂਨ ਬਣਾਤਾ ਤੇਰੇ। ਜਿਹੜਾ ਮਿਲੂਗਾ ਗੁਰਮੁਖ ਪਿਆਰਿਆ, ਇੰਨਾ ਨਰਮ ਘੁਲ ਜਾਏਗਾ। ਜਿਹੜਾ ਮਿਲੂਗਾ ਆਪਣਾ ਪੂਰਾ ਤਾਣ ਜ਼ੋਰ ਲਾ ਦੇਵੇਗਾ। ਇਹਨੂੰ ਕਿਵੇਂ ਗੁਰੂ ਨਾਲ ਜੋੜ ਦਵਾਂ? ਗੁਰਸਿੱਖਾਂ ਦੀ ਕਰਨੀ ਗਾਹਾਂ ਉਹਦੇ ਅੰਦਰ ਬਾਣੀ ਪ੍ਰਵੇਸ਼ ਕਰਕੇ ਗੁਰੂ ਉਪਦੇਸ਼ ਦੇ ਕੇ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਉਹਦਾ ਜੀਵਨ ਹੀ ਕੜਾਹ ਪ੍ਰਸ਼ਾਦ ਵਰਗਾ ਬਣਾ ਦੇਵੇਗਾ। ਅੱਜ ਕੇ ਆਖੋ ਸਤ। ਇਹ ਮੈਂ ਨਹੀਂ ਕਹਿੰਦਾ, ਤੁਹਾਡਾ ਮੂੰਹ ਕਹਿੰਦਾ ਸੁਣਿਆ। ਇਹਦੇ ਬੋਲ ਤੇ ਖੰਡ ਵਰਗੇ ਮਿੱਠੇ ਨੇ, ਇਹਦੇ ਬੋਲ ਮਿਸ਼ਰੀ ਵਰਗੇ ਨੇ। ਇਹਦਾ ਜੀਵਨ ਤਾਂ ਸੂਰਜ ਹੈ, ਸੂਰਜ ਹੈ ਜੀਵਨ। ਗੁਰਮੁਖ ਪਿਆਰਿਓ,
ਇਹਦਾ ਜੀਵਨ ਤਾਂ ਇੰਨਾ ਪਰਉਪਕਾਰੀ ਹੋ ਗਿਆ ਹੈ, ਆਟਾ ਕਿਸੇ ਦੇ ਅੰਦਰ ਚਲਿਆ ਜਾਵੇ ਖੂਨ ਬਣਾ ਦੇਵੇਗਾ। ਗੱਜ ਕੇ ਆਖੋ ਸਤਿਨਾਮ। ਕੋਈ ਦੁਸ਼ਮਣ ਵੀ ਮਿਲ ਗਿਆ ਉਹਦਾ ਵੀ ਭਲਾ ਹੀ ਸੋਚੂਗਾ। ਇਹ ਸਿੱਖ ਦੀ ਨਿਤ ਦੀ ਰਸੋਈ ਹੈ। ਬਾਹਰੋਂ ਨਹੀਂ ਸਮਾਨ ਇਕੱਠਾ ਕਰਨਾ, ਇਹਨੂੰ ਖੁਲਾਸਾ ਕਰਨ ਖਾਤਰ ਮੈਂ ਗੁਰੂ ਦੀ ਛਤਰ ਛਾਇਆ ਹੇਠ ਕਿਹੜਾ ਕੜਾ ਪ੍ਰਸ਼ਾਦ, ਕਿਹੜੀ ਰਸੋਈ ਸਿੱਖ ਨੇ ਛਕਣੀ ਹੈ, ਇਹ ਬਣਦੀ ਕਿੱਥੇ ਹੈ? ਇਹ ਗੁਰੂ ਕਿਰਪਾ ਕਰੇ ਆਪਾਂ ਕੱਲ ਦੇ ਸਮੇਂ ਵਿੱਚ, ਸਵੇਰ ਦੇ ਸਮੇਂ ਵਿੱਚ ਇੱਥੋਂ ਹੀ ਆਪਾਂ ਤੁਕਾਂ ਆਰੰਭ ਕਰਾਂਗੇ। ਮਿਹਰ ਕਰਨੀ, ਬਖਸ਼ਿਸ਼ ਕਰਨੀ, ਭੁੱਲਾਂ ਤੋਂ ਖਿਮਾ ਬਖਸ਼ਣੀ, ਅੱਗੋਂ ਲਈ ਸ਼ੁੱਧ ਸੇਵਾ ਕਰਨ ਦਾ ਬਲ ਬਖਸ਼ਣਾ। ਬਹੁਤ ਸੰਗਤਾਂ ਵੱਲੋਂ ਗਰੀਬਾਂ ਵਾਸਤੇ, ਮਰੀਜ਼ਾਂ ਵਾਸਤੇ ਮਾਇਆ ਆ ਰਹੀ ਹੈ। ਗੁਰੂ ਮਹਾਰਾਜ ਚੜ੍ਹਦੀ ਕਲਾ, ਕਿਰਤ ਕਮਾਈ ਸਫਲੀ ਕਰਨੀ। ਇਹ ਜਿਹੜਾ ਦਾਨ ਪੁੰਨ ਇਹ ਕਿਸੇ ਨੂੰ ਦੇ ਨਹੀਂ ਰਹੇ, ਇਹ ਆਪਣੇ ਖੇਤ ਵਿੱਚ ਬੀਜ ਰਹੇ, ਇਹ ਬੀਜ ਰਹੇ। ਇੱਥੋਂ ਹੀ ਬਚਨ ਆਪਾਂ ਆਰੰਭ ਕਰਾਂਗੇ। ਤੁਹਾਡੀ ਕਿਰਤ ਕਮਾਈ ਸਤਿਗੁਰ ਸਫਲੀ ਕਰਨ। ਸੁਣੇ ਹੋਏ ਗੁਰੂ ਕੇ ਬਚਨ ਸਾਨੂੰ ਸਮਝ ਵਿੱਚ ਆਉਣ, ਅਸੀਂ ਜਾਣ ਲਈਏ ਤੇ ਸਾਡੇ ਹਿਰਦੇ ਵਸਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।